ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ ਅੰਕ 15ਵਾਂ। ਕੌਣ ਨਹੀਂ ਜਾਣਦਾ ਕਿ ਅੱਧੀ ਸਦੀ ਕੁਰਬਾਨੀਆਂ ਤੋਂ ਬਾਅਦ ਛੇਕੜ ਹਿੰਦੁਸਤਾਨ ਨੂੰ ਆਜ਼ਾਦੀ ਦਾ ਫਲ ਚਖਣਾ ਨਸੀਬ ਹੋਇਆ। ਭਾਵੇਂ ਕਿ ਹਜੇ ਤੀਕ ਇਸ ਆਜ਼ਾਦੀ ਨੂੰ ਪੂਰਨ ਆਜ਼ਾਦੀ ਦਾ ਦਰਜਾ ਦੇਣ ਤੋਂ ਕਈ ਸਿਆਣੇ ਝਿਜਕਦੇ ਨੇ, ਫਿਰ ਵੀ ਇਹ ਤਾਂ ਮੰਨਣਾ ਪਵੇਗਾ ਕਿ ਲੰਗੋਟੀ ਵਾਲੇ ਬਾਪੂ ਦੇ ਅਹਿੰਸਾ ਅਸੂਲ ਤੇ ਚਲਦੀ ਹੋਈ ਕੌਮੀ ਪਰਵਾਨਿਆਂ ਦੀ ਜਮਾਤ ਆਖਿਰ ਕਿਵੇਂ ਨਾ ਕਿਵੇਂ ਆਜ਼ਾਦੀ ਦੀ ਮੰਜ਼ਿਲ ਤੇ ਅੱਪੜ ਹੀ ਪਈ, ਭਾਵੇਂ ਬ੍ਰਿਟਿਸ਼ ਕਾਮਨਵੈਲਥ ਦੀ ਮੈਂਬਰ ਬਣ ਕੇ ਹੀ ਸਹੀ। ਅੰਗਰੇਜ਼ੀ ਸਰਕਾਰ ਆਪਣਾ ਬੋਰੀਆ ਬਿਸਤਰਾ ਬੰਨ ਕੇ ਜਹਾਜ਼ ਤੇ ਤਾਂ ਚੜ੍ਹ ਗਈ। ਚੱਲ ਜਿੰਨਾ ਨਾਤੀ ਓਨਾ ਪੁੰਨ। ਦੁਨੀਆ ਦੇ ਸਾਹਮਣੇ ਇਹ ਇੱਕ ਨਵੀਂ ਤੇ ਅਛੂਤੀ ਮਿਸਾਲ ਸੀ ਕਿ ਐਡੇ ਵੱਡੇ ਮੁਲਕ ਨੂੰ ਐਡੀ ਵੱਡੀ ਹਕੂਮਤ ਦੇ 2 ਸਦੀਆਂ ਦੇ ਕਬਜ਼ੇ 'ਚੋਂ ਛੁਡਾ ਲੈਣਾ ਤੇ ਬਿਨਾਂ ਇੱਕ ਗੋਲੀ ਚਲਾਉਣ ਤੋਂ। ਕੀ ਇਹ ਮਹਾਤਮਾ ਗਾਂਧੀ ਦੀ ਕਰਾਮਾਤ ਨਹੀਂ ਸੀ? ਪਰ ਏਦੂ ਵੀ ਵੱਡਾ ਮੁਆਵਜ਼ਾ ਜਿਹੜਾ ਦੁਨੀਆ ਦੇ ਦੇਖਣ ਵਿੱਚ ਆਇਆ, ਉਹ ਬਿਲਕੁਲ ਵੱਖਰੀ ਕਿਸਮ ਦਾ ਸੀ। ਪਹਿਲੀ ਕਿਸਮ ਦੀ ਕਰਾਮਾਤ ਵੇਖ ਕੇ ਜੇ ਹਰ ਇੱਕ ਭਾਰਤੀ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ, ਤਾਂ ਦੂਜੀ ਕਿਸਮ ਦਾ ਵੇਖ ਕੇ ਉਹੀ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਤੇ ਇਹ ਸੀ ਕਾਂਗਰਸੀਆਂ ਦੇ ਅਖਲਾਕ ਵਿੱਚ ਕਮਜ਼ੋਰੀਆਂ ਦਾ ਪੈਦਾ ਹੋ ਜਾਣਾ। ਭਾਵੇਂ ਸੱਚੇ ਦੇਸ਼ ਭਗਤਾਂ ਦਾ ਬੀਜ ਨਾਸ ਨਹੀਂ ਸੀ ਹੋ ਗਿਆ, ਪਰ ਇਹ ਮੰਨਣੋਂ ਕਿਸੇ ਨੂੰ ਵੀ ਇਨਕਾਰ ਨਹੀਂ ਹੋ ਸਕਦਾ ਕਿ ਇਹਨਾਂ ਵਿੱਚ ਬਹੁਤ ਸਾਰੇ ਆਦਮੀ ਜਿਨ੍ਹਾਂ ਦੇ ਦੇਸ਼ ਭਗਤ ਹੋਣ ਵਿੱਚ ਕਿਸੇ ਨੂੰ ਰਾਈ ਜਿੰਨਾ ਵੀ ਸ਼ੱਕ ਨਹੀਂ ਸੀ, ਆਪਣੇ ਅਸੂਲਾਂ ਤੋਂ ਡਿੱਗ ਕੇ ਨਾ ਕੇਵਲ ਆਪਣੇ ਹੀ ਗਲ ਵਿੱਚ ਲਾਹਨਤ ਦਾ ਤੌਕ ਪਵਾ ਬੈਠੇ, ਸਗੋਂ ਇੱਕ ਮੱਛੀ ਸਾਰਾ ਪਾਣੀ ਗੰਦਾ ਕਰਦੀ ਹੈ ਦੀ ਮਿਸਾਲ ਬਣ ਕੇ ਉਹਨਾਂ ਨੇ ਸਮੁੱਚੀ ਕਾਂਗਰਸ ਨੂੰ ਹੀ ਬਦਨਾਮ ਕਰ ਦਿੱਤਾ। ਆਜ਼ਾਦੀ ਦੇ ਜਿਸ ਬੂਟੇ ਨੂੰ ਇਹ ਲੋਕ ਕੁਰਬਾਨੀਆਂ ਦਾ ਪਾਣੀ ਦੇ ਦੇ ਕੇ ਪਾਲਦੇ ਰਹੇ ਸਨ, ਉਸ ਬੂਟੇ ਦੇ ਫਲਣ ਵੇਲੇ ਇਹਨਾਂ ਦੀ ਇਨਸਾਨੀਅਤ ਨੇ ਸ਼ੈਤਾਨੀਅਤ ਦਾ ਰੂਪ ਧਾਰਨ ਕਰ ਲਿਆ। ਕੁਰਬਾਨੀ ਦੇ ਫਲ ਨੂੰ ਮੁਨਾਸਿਬ ਤਰੀਕੇ ਨਾਲ ਖਾਣ ਦੀ ਥਾਂ ਲੋਕ ਹਾਬੜੇ ਹਲਕਾਏ ਹੋਏ ਉਸ ਬੂਟੇ ਉਤੇ ਇੰਜ ਟੁੱਟ ਕੇ ਪੈ ਗਏ ਕਿ ਸਭ ਕੀਤੀ ਕਤਰੀ ਉੱਤੇ ਪਾਣੀ ਫਿਰ ਗਿਆ। ਮਹਾਤਮਾ ਗਾਂਧੀ ਦੀ ਸਿੱਖਿਆ ਨੇ ਮਨੁੱਖ ਸ਼੍ਰੇਣੀ ਵਿੱਚੋਂ ਜਿਹੜੇ ਦੇਵਤੇ ਚੁਣੇ ਸਨ, ਉਹਨਾਂ ਹੀ ਦੇਵਤਿਆਂ ਵਿੱਚੋਂ ਮਾਨੋ ਦੈਂਤਾਂ ਦੀ ਉਤਪਤੀ ਹੋਣ ਲੱਗ ਪਈ ਤੇ ਉਹਨਾਂ ਦੈਂਤਾਂ ਦੀਆਂ ਅਣਮਨੁੱਖੀ ਕਰਨੀਆਂ ਨੂੰ ਵੇਖ-ਵੇਖ ਕੇ ਲੋਕੀ ਹੈਰਾਨੀ ਨਾਲ ਮੂੰਹ ਵਿੱਚ ਉਂਗਲਾਂ ਪਾਉਂਦੇ ਹੋਏ ਕਹਿੰਦੇ ਸਨ ਕਿ ਇਹ ਉਹੀ ਦੇਸ਼ ਭਗਤ ਨੇ। ਮੰਨਿਆਂ ਦੀ ਅਦਲਾ ਬਦਲੀ ਦੇ ਜ਼ਮਾਨੇ ਨੇ ਆਮ ਜਨਤਾ ਦੇ ਅਖਲਾਕ ਦਾ ਪੱਧਰ ਵੀ ਨੀਵਾਂ ਕਰ ਦਿੱਤਾ ਸੀ। ਰਿਸ਼ਵਤ, ਚੋਰ ਬਜ਼ਾਰੀ, ਜ਼ਖੀਰਾ ਅੰਦੋਜ਼ੀ ਤੇ ਹਰ ਤਰ੍ਹਾਂ ਦੀ ਠੱਗੀ ਠੋਰੀ ਕਰਨ ਵਿੱਚ ਜਨਤਾ ਤੇਜ਼ੀ ਨਾਲ ਰਸਾਤਲ ਵੱਲ ਡਿੱਗਦੀ ਜਾ ਰਹੀ ਸੀ। ਪਰ ਕੀ ਕਾਂਗਰਸੀ ਦੇਸ਼ ਭਗਤਾਂ ਬਾਰੇ ਵੀ ਕੋਈ ਸੋਚ ਸਕਦਾ ਸੀ ਕਿ ਉਹ ਇਸ ਤਰ੍ਹਾਂ ਦੀ ਲੋਕ ਲਹਿਰ ਵਿੱਚ ਰੁੜ ਕੇ ਆਪਣੀਆਂ ਕੁਰਬਾਨੀਆਂ ਉੱਤੇ ਸੁਆਹ ਦਾ ਬੁੱਕ ਧੂੜ ਦੇਣਗੇ? ਇੱਕ ਪੁਰਾਣੀ ਅਖਾਵਤ ਹੈ, ਤਪੋ ਰਾਜ ਤੇ ਰਾਜੋ ਨਰਕ, ਜਿਸ ਦਾ ਅਰਥ ਹੈ ਤਪੱਸਿਆ ਕਰਨ ਨਾਲ ਰਾਜ ਦੀ ਪ੍ਰਾਪਤੀ ਹੁੰਦੀ ਹੈ ਤੇ ਰਾਜ ਦੀ ਪ੍ਰਾਪਤੀ ਤੋਂ ਬਾਅਦ ਨਰਕ ਦੀ। ਬਿਲਕੁਲ ਇਹੋ ਮਿਸਾਲ ਸਾਡੇ ਦੇਸ਼ ਦੇ ਬਹੁਤ ਸਾਰੇ ਕਾਂਗਰਸੀਆਂ ਉੱਤੇ ਘਟਣ ਲੱਗੀ। ਉਹਨਾਂ ਦੀ ਤਪੱਸਿਆ ਨੇ ਹੀ ਭਾਰਤ ਰਾਜ ਦੀ ਵਾਂਗਡੋਰ ਪਰਾਏ ਹੁਕਮਰਾਨ ਪਾਸੋਂ ਖੋਈ ਸੀ, ਪਰ ਇਸ ਵਾਂਗਡੋਰ ਦੇ ਸੰਭਾਲਣ ਦੀ ਢਿੱਲ ਸੀ ਕਿ ਉਹੀ ਸਵਰਗੀ ਜੀਵੜੇ ਨਰਕ ਦੇ ਕੀੜੇ ਬਣ ਕੇ ਰਹਿ ਗਏ। ਸਾਰਾ ਦੇਸ਼ ਆਸ ਲਾਈ ਬੈਠਾ ਸੀ ਕਿ ਭਾਰਤੀ ਸਮਾਜ ਦੀ ਵਾਂਗਡੋਰ ਕਾਂਗਰਸੀ ਹੱਥਾਂ ਵਿੱਚ ਆਉਣ ਨਾਲ ਇਹ ਦੇਸ਼ ਰਾਮ ਰਾਜ ਦੀ ਰਵਾਇਤ ਨੂੰ ਜਿੰਦਾ ਕਰ ਦੇਵੇਗਾ। ਹਿੰਦੁਸਤਾਨ ਵਿੱਚ ਇੱਕ ਵਾਰੀ ਫੇਰ ਸ਼ੇਰ ਤੇ ਬੱਕਰੀ ਇੱਕੋ ਘਾਟ ਪਾਣੀ ਪੀਂਦੇ ਦਿਖਾਈ ਦੇਣਗੇ। ਪਰ ਜਨਤਾ ਦੀਆਂ ਆਸਾਂ ਨੂੰ ਕਿਤਨੀ ਚੋਟ ਲੱਗੀ ਜਦ ਉਸ ਦੇ ਦੇਖਣ ਵਿੱਚ ਜੋ ਕੁਝ ਆਇਆ, ਉਹ ਉੱਕਾ ਹੀ ਉਸ ਦੀਆਂ ਖ਼ੁਆਬਾਂ ਤੋਂ ਉਲਟ ਸੀ। ਕਈ ਪੱਕੇ ਕਾਂਗਰਸੀ ਜਿਨ੍ਹਾਂ ਦੀ ਚਰਨ ਧੂੜ ਲੈਣ ਲਈ ਲੋਕੀ ਤਰਸਦੇ ਹੁੰਦੇ ਸਨ, ਕਾਨੂੰਨ ਦਾ ਡੰਡਾ ਹੱਥ ਵਿੱਚ ਆਉਂਦਿਆਂ ਹੀ ਉਹਨਾਂ ਨੇ ਉਸ ਦੀ ਅੰਨੀ ਤੇ ਬੇਤਹਾਸ਼ਾ ਵਰਤੋਂ ਸ਼ੁਰੂ ਕਰ ਦਿੱਤੀ। ਪਤਾ ਨਹੀਂ ਕਿੱਥੋਂ ਇਹਨਾਂ ਦੇ ਅੰਦਰੀ ਰਾਖਸ਼ੀ ਜਜ਼ਬਾ ਉੱਠ ਖੜੋਤਾ ਕਿ ਉਹਨਾਂ ਨੇ ਹਰ ਯੋਗ ਅਯੋਗ ਢੰਗ ਨਾਲ ਚੰਮ ਦੇ ਦਮ ਚਲਾਣੇ ਸ਼ੁਰੂ ਕਰ ਦਿੱਤੇ। ਇਹੋ ਜਿਹੇ ਪੱਕੇ ਕਾਂਗਰਸੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਕਦਮ ਚੁੱਕਿਆ, ਇਹ ਸੀ ਨਿਕਾਸੀ ਮਾਲ ਨੂੰ ਹਜਮ ਕਰਨਾ। ਨਾਲੇ ਹਕੂਮਤ ਦੇ ਜਿਸ ਮਹਿਕਮੇ ਵਿੱਚ ਕਿਸੇ ਦੀ ਪਹੁੰਚ ਹੋਈ, ਦਾਖਲ ਹੋ ਕੇ ਅੰਨੇ ਦੀਆਂ ਰਿਓੜੀਆਂ ਵਾਲੀ ਮਿਸਾਲ ਕਾਇਮ ਕਰ ਦਿੱਤੀ ਗਈ। ਲੋਹਾ, ਕੱਪੜਾ, ਸੀਮੈਂਟ, ਕਾਗਜ਼ ਤੇ ਹੋਰ ਜਿਨ੍ਹਾਂ ਚੀਜ਼ਾਂ ਉੱਤੇ ਸਰਕਾਰੀ ਕੰਟਰੋਲ ਸੀ, ਅੰਨੇਵਾਹ ਉਹਨਾਂ ਦੇ ਪਰਮਿਟ ਲੈ ਕੇ ਉਹਨਾਂ ਨੇ ਇਹ ਚੀਜ਼ਾਂ ਚੋਰ ਬਾਜ਼ਾਰ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਫਲਰੂਪ ਦਿਨਾਂ ਵਿੱਚ ਹੀ ਅੰਨੀ ਲੁੱਟ ਵਿੱਚੋਂ ਚਾਂਦੀ ਸੋਨੇ ਨਾਲ ਝੋਲੀਆਂ ਭਰ ਗਈਆਂ। ਨਾ ਕੇਵਲ ਆਪ ਹੀ ਉਹਨਾਂ ਨੇ ਸਵਰਨ ਗੰਗਾ ਵਿੱਚ ਖੁੱਲੇ ਦਿਲ ਟੁੰਬੀਆਂ ਲਾਈਆਂ, ਸਗੋਂ ਆਪਣੇ ਭਰਾਵਾਂ, ਭਤੀਜਿਆਂ ਤੇ ਯਾਰਾਂ ਦੋਸਤਾਂ ਦੇ ਨਾਵਾਂ ਹੇਠ ਬਨਾਵਟੀ ਪਰਮਿਟ ਲੈ ਕੇ ਉਹਨਾਂ ਨੂੰ ਮਾਲਾ ਮਾਲ ਕਰ ਦਿੱਤਾ। ਜਿਉਂ-ਜਿਉਂ ਇਹ ਲੋਟੀ ਦਾ ਬਾਜ਼ਾਰ ਗਰਮ ਹੁੰਦਾ ਗਿਆ, ਖਰਬੂਜਿਆਂ ਨੂੰ ਵੇਖ ਕੇ ਖਰਬੂਜੇ ਰੰਗ ਫੜਦੇ ਗਏ। ਬੜੇ ਸੰਜਮੀ ਤੇ ਸੰਤੋਖੀ ਜਿਨ੍ਹਾਂ ਨੇ ਨਾ ਹੱਕ ਦੀ ਕੌੜੀ ਵੱਲ ਕਦੀ ਥੁੱਕਿਆ ਤੱਕ ਨਹੀਂ ਸੀ, ਉਹਨਾਂ ਦੇ ਮੂੰਹ ਵਿੱਚ ਵੀ ਪਾਣੀ ਭਰ ਆਇਆ ਤੇ ਉਹਨਾਂ ਨੇ ਵੀ
ਕਾਜੀ ਲਈ ਮੁਫਤ ਦੀ ਸ਼ਰਾਬ ਨੂੰ ਹਲਾਲ ਸਮਝ ਲਿਆ। ਉਹਨਾਂ ਦੀ ਵੇਖਾ ਵੇਖੀ ਹੋਰ ਤੇ ਫਿਰ ਹੋਰਾਂ ਦੇ ਵੇਖਾ ਵੇਖੀ ਹੋਰ, ਇਹ ਨੱਕ ਵੱਡਿਆਂ ਦੀ ਫੌਜ ਦਿਨੋਂ ਦਿਨ ਤਰੱਕੀ ਕਰਦੀ ਗਈ। ਵੇਖਦਿਆਂ ਹੀ ਵੇਖਦਿਆਂ ਇਹ ਹਾਲਤ ਹੋ ਗਈ ਕਿ ਜਿਨ੍ਹਾਂ ਦੇ ਘਰੀ ਕਦੇ ਭੰਗ ਭੁੱਜਿਆ ਕਰਦੀ ਸੀ, ਕਬਾਬ ਭੁੱਜਣ ਲੱਗ ਪਏ। ਭੁੱਖ ਨਾਲ ਜਿਨ੍ਹਾਂ ਦੇ ਪੇਟ ਰੀੜ੍ਹ ਦੀ ਹੱਡੀ ਨਾਲ ਜਾ ਲੱਗੇ ਸਨ, ਉਹਨਾਂ ਦੀਆਂ ਗੋਗੜਾਂ ਵੱਧਦੀਆਂ ਗੋਡਿਆਂ ਤੇ ਢਿਲਕਾਈਆਂ। ਅਚੰਭੇ ਵਾਲੀ ਗੱਲ ਇਹ ਕਿ ਪੁੱਛ ਪਰਤੀਤ ਜਾਂ ਸ਼ਿਕਵੇ ਸ਼ਿਕਾਇਤ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਕੋਈ ਸਿਰ ਫਿਰਿਆ ਜੇ ਕਾਨੂੰਨ ਦੇ ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਨਤੀਜਾ ਅਕਸਰ ਚਾਚਾ ਚੋਰ ਭਤੀਜਾ ਕਾਜੀ ਵਾਲਾ ਹੀ ਹੁੰਦਾ। ਕਾਂਗਰਸ ਵਰਗੀ ਦੇਸ਼ ਪ੍ਰਤੀਨਿਧ ਜਮਾਤ ਵਿੱਚ ਹੀ ਜਦ ਇਹ ਹਾਲਤ ਸੀ ਤਾਂ ਆਮ ਲੋਕਾਂ ਦੀ ਕਿਹੋ ਜਿਹੀ ਹੋਵੇਗੀ, ਇਸ ਦਾ ਅੰਦਾਜ਼ਾ ਲਾਣਾ ਮੁਸ਼ਕਿਲ ਨਹੀਂ। ਦੇਸ਼ ਵਿੱਚ ਫੈਲੀ ਹੋਈ ਲਾ ਕਾਨੂੰਨੀ ਦੀ ਇਸ ਬਿਮਾਰੀ ਨੇ ਅਖੀਰ ਹਕੂਮਤ ਦਾ ਆਸਨ ਵੀ ਹਿਲਾ ਦਿੱਤਾ, ਜਿਸ ਨੇ ਚੋਰ ਬਜ਼ਾਰੀ, ਵੱਡੀ ਖੋਰੀ, ਕੁਨਬਾਪਰਵਰੀ ਤੇ ਹੋਰ ਤਰ੍ਹਾਂ ਦੀ ਲੁੱਟ ਖਸੁੱਟ ਨੂੰ ਰੋਕਣ ਲਈ ਇਹਨਾਂ ਬਵਾਵਾਂ ਦਾ ਖੁਰਾ ਖੋਜ ਮਿਟਾਉਣ ਦਾ ਨਿਸ਼ਚਾ ਕਰ ਲਿਆ। ਸਪੈਸ਼ਲ ਪੁਲਿਸ ਤੇ CID ਦੇ ਮਹਿਕਮੇ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਏ ਤੇ ਥਾਂ ਸਪੈਸ਼ਲ ਅਦਾਲਤਾਂ ਤੇ ਇਨਕੁਆਇਰੀ ਕਮੇਟੀਆਂ ਦੇ ਜਾਲ ਵਿਛਣੇ ਸ਼ੁਰੂ ਹੋ ਗਏ। ਹਿੰਦੁਸਤਾਨ ਦੇ ਬਾਕੀ ਲਗਭਗ ਸਾਰੇ ਸੂਬਿਆਂ ਨਾਲੋਂ ਪੰਜਾਬ ਵਿੱਚ ਇਹ ਵਬਾ ਜ਼ੋਰਾਂ ਤੇ ਸੀ, ਜਿਸ ਕਰਕੇ ਇੱਥੋਂ ਦੀ ਹਕੂਮਤ ਨੇ ਸਭ ਤੋਂ ਜ਼ਿਆਦਾ ਸਰਗਰਮੀ ਵਿਖਾਣੀ ਸ਼ੁਰੂ ਕਰ ਦਿੱਤੀ। ਰਿਸ਼ਵਤਖੋਰੀ ਤੇ ਬਲੈਕ ਆਰਟ ਦੇ ਸੈਂਕੜੇ ਕੇਸ ਰਜਿਸਟਰ ਕੀਤੇ ਗਏ ਤੇ ਮੁਲਜ਼ਮਾਂ ਉੱਤੇ ਮੁਕੱਦਮੇ ਚਲਾਏ ਜਾਣ ਲੱਗੇ, ਪਰ ਇਸ ਦਾ ਨਤੀਜਾ ਉਹੀ ਢਾਕ ਕੇ ਤਿੰਨ ਪਾਤ। ਇੱਧਰ ਇਸਤਗਾਸਾ ਸ਼ੁਰੂ ਹੁੰਦਾ, ਉੱਧਰ ਇਸਤਗਾਸੇ ਦੇ ਗਵਾਹਾਂ ਉੱਤੇ ਅੰਦਰੋਂ ਅੰਦਰ ਝੁਰਲੂ ਫਿਰ ਜਾਂਦਾ। ਉਹੀ ਗਵਾਹ ਮੁਲਜ਼ਮ ਨੂੰ ਬਣਾਉਣ ਦੇ ਥਾਂ ਸਗੋਂ ਉਸ ਨੂੰ ਬਚਾਉਣ ਦਾ ਕਾਰਨ ਬਣ ਜਾਂਦੇ। ਨਤੀਜੇ ਦੇ ਤੌਰ ਤੇ ਅਨੇਕਾਂ ਕੇਸਾਂ ਵਿੱਚੋਂ ਕਿਸੇ ਨੂੰ ਹੀ ਸਜ਼ਾ ਮਿਲਦੀ, ਬਾਕੀ ਬਰੀ ਕਰ ਦਿੱਤੇ ਜਾਂਦੇ। ਹਕੂਮਤ ਜਿਸ ਨੇ ਨਵੀਂ ਰਾਜ ਪ੍ਰਬੰਧ ਦੀ ਵਾਂਗਡੋਰ ਸੰਭਾਲੀ ਸੀ, ਬਜਾਏ ਇਸ ਦੇ ਕਿ ਜਨਤਾ ਹਰ ਤਰ੍ਹਾਂ ਨਾਲ ਮਦਦ ਕਰਕੇ ਉਸ ਨੂੰ ਪੱਕੇ ਪੈਰਾਂ ਤੇ ਖੜਿਆ ਕਰਦੀ, ਸਗੋਂ ਇਹੋ ਜਿਹੀਆਂ ਮੂੰਹ ਕਾਲੀਆਂ ਭੇਡਾਂ ਉਸ ਦੇ ਹਰ ਕੰਮ ਵਿੱਚ ਰੋੜੇ ਅੜਕਾਉਣ ਲੱਗ ਪਈਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੇਸ਼ ਦੀ ਵੰਡ ਤੋਂ ਬਾਅਦ ਆਮ ਜਨਤਾ ਵਿੱਚ ਲਾ ਕਾਨੂੰਨੀ ਤੇ ਲੁੱਟ ਖਸੁੱਟ ਦੀ ਰੁਚੀ ਪੈਦਾ ਹੋ ਚੁੱਕੀ ਸੀ, ਪਰ ਇਹੋ ਤਾਂ ਵਕਤ ਸੀ ਜਦ ਪੱਕੇ ਕਾਂਗਰਸੀਆਂ ਨੇ ਅਮਲੀ ਤੌਰ ਤੇ ਆਪਣੀ ਦੇਸ਼ ਭਗਤੀ ਤੇ ਦੇਸ਼ ਰੱਖਿਆ ਦਾ ਸਬੂਤ ਦੇਣਾ ਸੀ, ਜਦ ਉਹਨਾਂ ਨੇ ਆਜ਼ਾਦੀ ਦੀ ਫਿਜ਼ਾ ਵਿੱਚ ਨਵ ਪੁੰਗਰ ਦੀ ਕਾਨੂੰਨ ਖੇਤੀ ਲਈ ਵਾੜ ਦਾ ਕੰਮ ਕਰਨਾ ਸੀ। ਬੇਸ਼ੱਕ ਵਾੜ ਦਾ ਕੰਮ ਇਹਨਾਂ ਲੋਕਾਂ ਨੇ ਕੀਤਾ, ਪਰ ਖੇਤੀ ਨੂੰ ਬਚਾਉਣ ਲਈ ਨਹੀਂ, ਖਾਣ ਲਈ। ਕਈ ਸਿਆਣੇ ਦਿਮਾਗ ਬੜੀ ਡੂੰਘਾਈ ਨਾਲ ਸੋਚਦੇ ਸਨ ਕਿ ਦੇਸ਼ ਵਿੱਚ ਵਰਤ ਰਹੀ ਇਸ ਕਾਨੂੰਨਗਰਦੀ ਦਾ ਆਖਿਰ ਕੀ ਸਬਬ, ਕਿਉਂ ਇਹ ਸਾਰਾ ਆਵਾ ਹੀ ਉਤ ਗਿਆ ਏ। ਖਾਸ ਕਰਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਕਿਉਂ ਸਭ ਤੋਂ ਬਹੁਤ ਗੰਦਾ ਤੇ ਗੰਦਲਾ ਹੋ ਗਿਆ ਹੈ? ਕਿ ਇਸ ਕਰਕੇ ਕਿ ਇਸ ਦੇ ਸਰ ਚਸ਼ਮੇ ਵਿੱਚ ਪੋਲੀਟੀਕਲ ਸਾਹਨਾਂ ਦਾ ਭੇੜ ਮੱਚਿਆ ਹੋਇਆ ਏ। ਅਖੀਰ ਸਿਆਣੇ ਦਿਮਾਗ ਇਸੇ ਸਿੱਟੇ ਪੁੱਜੇ ਕਿ ਇਸ ਗੰਦਲੇਪਨ ਦਾ ਕਾਰਨ ਸਾਹਨਾਂ ਦਾ ਭੇੜ ਹੈ, ਹੋਰ ਕੁਝ ਨਹੀਂ। ਜਿਹੜੇ ਵਜ਼ਾਰਤ ਦੀਆਂ ਗੱਦੀਆਂ ਤੋਂ ਇੱਕ ਨੂੰ ਉਤਾਰ ਕੇ ਦੂਜੇ ਨੂੰ ਬਿਠਾਉਂਦੇ ਤੇ ਫਿਰ ਉਸ ਨੂੰ ਭੂੰਜੇ ਪਟਕ ਕੇ ਕਿਸੇ ਹੋਰ ਨੂੰ। ਉਧਰ ਸਾਹਨਾਂ ਦੀ ਜ਼ੋਰ ਅਜ਼ਮਾਈ ਕਰਨ ਸਰ ਚਸ਼ਮੇ ਵਿੱਚ ਚਿੱਕੜ ਘੁਲ ਰਿਹਾ ਸੀ, ਇੱਧਰ ਲਾ ਕਾਨੂੰਨੀ ਦਾ ਬਾਜ਼ਾਰ ਗਰਮ ਸੀ। ਪੰਜਾਬ ਉਦੋਂ ਇਸੇ ਦੌਰ ਵਿੱਚੋਂ ਲੰਘ ਰਿਹਾ ਸੀ। ਇਸ ਦੀ ਕਾਨੂੰਨੀ ਗੱਡੀ ਲਈ ਅਨੇਕਾਂ ਗਾਂਧੀ ਟੋਪੀਆਂ, ਘੋਟਵੀਆਂ ਪੱਗਾਂ ਤੇ ਲੰਮੇ ਐਚਕਨਾਂ ਦੀ ਆੜ ਵਿੱਚ ਬ੍ਰੇਕਾਂ ਬਣੇ ਖੜੇ ਸਨ, ਜਿਹੜੇ ਹਕੂਮਤ ਵੱਲੋਂ ਬਣਾਏ ਹੋਏ ਕਿਸੇ ਵੀ ਦੇਸ਼ ਹਤੈਸ਼ੀ ਕਾਨੂੰਨ ਨੂੰ ਚੱਲਣ ਨਹੀਂ ਸਨ ਦਿੰਦੇ। ਉਹਨਾਂ ਭੱਦਰ ਪੁਰਸ਼ਾਂ ਦੀ ਹੋਂਦ ਜੇ ਜਨਤਾ ਲਈ ਕੋੜ ਬਣੀ ਹੋਈ ਸੀ ਤਾਂ ਹਕੂਮਤ ਲਈ ਤਪਦਿਕ। ਪੰਡਿਤ ਨਹਿਰੂ, ਸਰਦਾਰ ਪਟੇਲ ਤੇ ਡਾਕਟਰ ਪਟ ਸੀਤਾ ਰਾਮੀਆ ਵਰਗੇ ਸਰਬ ਹਿੰਦ ਨੇਤਾਵਾਂ ਵੱਲੋਂ ਸਟੇਜ, ਪ੍ਰੈਸ ਅਤੇ ਰੇਡੀਓ ਰਾਹੀਂ ਇਹੋ ਜਿਹੇ ਬਹੁਰੂਪੀਏ ਪੱਕੇ ਕਾਂਗਰਸੀਆਂ ਨੂੰ ਰੋਜ਼ ਝਾੜਾਂ ਤੇ ਫਿਟਕਾਰਾਂ ਪਾਈਆਂ ਜਾਂਦੀਆਂ ਸਨ, ਪਰ ਕੀ ਮਜਾਲ ਜੋ ਜ਼ਬਾਨੀ ਸੱਤ ਬਚਨ ਤੋਂ ਵੱਧ ਉਹਨਾਂ ਉੱਤੇ ਕੋਈ ਅਸਰ ਹੁੰਦਾ ਹੋਵੇ। ਸੂਬਕ ਕਾਂਗਰਸ ਕਮੇਟੀਆਂ ਨੂੰ ਸੈਂਟਰ ਵੱਲੋਂ ਹਦਾਇਤਾਂ ਉੱਤੇ ਹਦਾਇਤਾਂ ਚਲੀਆਂ ਆ ਰਹੀਆਂ ਸਨ ਕਿ ਉਹ ਪੂਰੀ ਖੋਜ ਪੜਤਾਲ ਕਰਕੇ ਆਪਣੇ ਵਿੱਚੋਂ ਇਹੋ ਜਿਹੇ ਗੰਦੇ ਅੰਸਰ ਨੂੰ ਕੱਢ ਦੇਣ ਤੇ ਚੌਧਰ ਦੇ ਭੁੱਖੇ ਲੀਡਰਾਂ ਤੋਂ ਕਾਂਗਰਸ ਕਮੇਟੀਆਂ ਨੂੰ ਪਾਕ ਕਰ ਦੇਣ, ਜਿਹੜੇ ਨਾ ਖੇਡਾਂਗੇ ਨਾ ਖੇਡਣ ਦਿਆਂਗੇ ਦੀ ਪਾਲਿਸੀ ਉੱਤੇ ਚੱਲਦੇ ਹੋਏ ਹਮੇਸ਼ਾ ਫੁੱਟ ਤੇ ਬੇਇਤਫਾਕੀ ਦੇ ਬੀਜ ਖਿਲਾਰ ਕੇ ਹਕੂਮਤ ਲਈ ਸਿਰਦਰਦੀ ਦਾ ਕਾਰਨ ਬਣੇ ਰਹਿੰਦੇ ਹਨ। ਸੂਬਕ ਕਾਂਗਰਸ ਕਮੇਟੀਆਂ ਨੇ ਇਹਨਾਂ ਤਾੜਨਾਵਾਂ ਤੇ ਪ੍ਰੇਰਨਾ ਤੋਂ ਕੀ ਕੁਝ ਅਸਰ ਗ੍ਰਹਿਣ ਕੀਤਾ, ਇਹ ਤਾਂ ਬਹੁਤ ਲੰਮੀ ਕਥਾ ਹੈ, ਪਰ ਪੰਜਾਬ ਦੀਆਂ ਸਿਟੀ ਤੇ ਡਿਸਟ੍ਰਿਕਟ ਕਾਂਗਰਸ ਕਮੇਟੀਆਂ ਜੋ ਕੁਝ ਇਸ ਦਾ ਅਮਲ ਕਰ ਰਹੀਆਂ ਸਨ, ਉਹ ਛੁੱਟ ਰਸਮੀ ਜਿਹੀ ਸਰਗਰਮੀ ਤੋਂ ਹੋਰ ਕੁਝ ਨਹੀਂ ਸੀ। ਪੰਜਾਬ ਪ੍ਰੋਵਿਜ਼ਨਲ ਕਾਂਗਰਸ ਕਮੇਟੀ ਦਾ ਜਨਮ ਖਬਰੇ ਕਿਹੜੀ ਕੁਲੱਛਣੀ ਘੜੀ ਹੋਇਆ ਸੀ ਕਿ ਫੁੱਟ ਤੇ ਧੜੇਬੰਦੀ ਦੇ ਪਰਛਾਵੇਂ ਕਦੇ ਵੀ ਇਸ ਦੇ ਮਗਰੋਂ ਨਹੀਂ ਲੱਥੇ। ਦੇਸ਼ ਦੀ ਵੰਡ ਤੋਂ ਢੇਰ ਚਿਰ ਪਹਿਲਾਂ ਹੀ ਸਾਡੇ
ਇਸ ਦੇ ਮੱਥੇ ਤੇ ਫੱਟ ਦਾ ਦਾਗ ਚਲਾ ਰਿਹਾ ਸੀ, ਜਿਸ ਨੂੰ ਮਿਟਾਉਣ ਲਈ ਵੱਖੋ-ਵੱਖ ਸਮਿਆਂ ਉੱਤੇ ਵੱਡੇ ਦੇਸ਼ ਨੇਤਾ ਆਉਂਦੇ ਰਹੇ ਤੇ ਦੋਹਾਂ ਧੜਿਆਂ ਵਿੱਚ ਸਮਝੌਤਾ ਕਰਾਉਣ ਦੇ ਯਤਨ ਕਰਦੇ ਰਹੇ। ਆਪਣੇ ਵੱਲੋਂ ਤਾਂ ਉਹ ਦੋਹਾਂ ਧੜਿਆਂ ਦੇ ਲੀਡਰਾਂ ਦੀਆਂ ਆਪੋ ਵਿੱਚ ਜਫੀਆਂ ਤੱਕ ਪਵਾ ਕੇ ਜਾਂਦੇ ਸਨ, ਪਰ ਉਹਨਾਂ ਦੇ ਪਿੱਠ ਮੋੜਨ ਦੀ ਦੇਰ ਹੁੰਦੀ ਸੀ ਕਿ ਸੂਬਕ ਬੇੜੇ ਦੇ ਮਲਾਹ ਫਿਰ ਆਪੋ ਵਿੱਚ ਪੱਗੋ ਹੱਥੀ ਹੋਣ ਲੱਗ ਪੈਂਦੇ। ਉਹ ਜਿੰਨੇ ਵੀ ਕਦਮ ਚੱਲਦੇ ਫੁੱਟ ਤੇ ਧੜੇਬੰਦੀ ਦੀ ਪਗਡੰਡੀ, ਤੇ ਕਾਂਗਰਸ ਇੱਕੋ, ਉਸਦੇ ਅਸੂਲ ਇੱਕੋ ਤੇ ਉਸਦੇ ਆਦਰਸ਼ ਵੀ ਇੱਕੋ, ਪਰ ਉਸਦੇ ਗਰੁੱਪ 2-2 3-3, ਇੱਕ ਡਾਕਟਰ ਫਲਾਣੇ ਦਾ ਗਰੁੱਪ, ਇੱਕ ਸਰਦਾਰ ਢਿਮਕੇ ਦਾ ਗਰੁੱਪ। ਇੱਕ ਵਾਰੀ ਆਲ ਇੰਡੀਆ ਕਾਂਗਰਸ ਲੀਡਰ ਨੇ, ਜਿਹੜਾ ਇਹਨਾਂ ਹੀ ਗਰੁੱਪਾਂ ਬੰਦੀ ਮਿਟਾਉਣ ਲਈ ਇਲਾਹਾਬਾਦ ਤੋਂ ਆਇਆ ਸੀ, ਇਹਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਤੁਸੀਂ ਚਪਣੀ ਵਿੱਚ ਨੱਕ ਡੋਬ ਕੇ ਕਿਉਂ ਨਹੀਂ ਮਰ ਜਾਂਦੇ? ਆਲ ਇੰਡੀਆ ਲੀਡਰ ਨੇ ਸ਼ਾਇਦ ਚਪਣੀ ਨੂੰ ਕੋਈ ਖੂਹ ਸਮਝਿਆ ਹੋਵੇ, ਪਰ ਇਧਰ ਸਾਡੇ ਲੀਡਰ ਸਨ ਕਿ ਚਪਣੀ ਛੱਡ ਕੇ ਮਾਨ ਸਰੋਵਰ ਵਿੱਚ ਛਾਲ ਮਾਰਨ ਤੇ ਵੀ ਉਹਨਾਂ ਦਾ ਨੱਕ ਨਹੀਂ ਸੀ ਡੁੱਬ ਸਕਦਾ। ਚੋਣ ਦੇ ਮੌਕਿਆਂ ਉੱਤੇ ਹਰ ਮੁਲਕ ਵਿੱਚ ਖਿੱਚਾ-ਖਿੱਚੀ ਹੋਇਆ ਹੀ ਕਰਦੀ ਹੈ ਤੇ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਜਾਂਦਾ ਹੈ, ਪਰ ਚੋਣ ਘੋਲਾਂ ਦੇ ਸਮੇਂ ਜਿਹੜੇ ਮੂਰਖਤਾ ਦੇ ਨਜ਼ਾਰੇ ਸਾਡੇ ਪੰਜਾਬ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਨੇ, ਇਹਨਾਂ ਦੀ ਮਿਸਾਲ ਘੱਟ ਹੀ ਕਿਤੇ ਮਿਲੇਗੀ। ਚੋਣ ਭਾਵੇਂ ਅਸੈਂਬਲੀ ਦੀ ਹੋਵੇ ਤੇ ਭਾਵੇਂ ਕਿਸੇ ਲੋਕਲ ਬਾਡੀ ਦੀ, ਪਰ ਸਾਡੇ ਪੰਜਾਬੀ ਉਸ ਮੌਕੇ ਤੇ ਇੱਕ ਵਾਰੀ ਪੰਜਾਬ ਦੋਖੀਆਂ ਦੇ ਪੰਜਾਬੀ ਢੱਗੇ ਤਾਨੇ ਨੂੰ ਯਥਾਰਥ ਕਰਕੇ ਦਿਖਾ ਦਿੰਦੇ ਨੇ। ਇਹਨਾਂ ਦਿਨਾਂ ਵਿੱਚ ਅਚਾਨਕ ਹੀ ਲੈਜਿਸਲੇਟਿਵ ਦੀ ਇੱਕ ਸੀਟ ਦੀ ਜਿਮਨੀ ਚੋਣ ਦਾ ਮੌਕਾ ਪੈਦਾ ਹੋ ਗਿਆ, ਜਿਸ ਦੇ ਪੈਦਾ ਹੁੰਦਿਆਂ ਹੀ ਕਾਂਗਰਸ ਵਿੱਚ ਇੱਕ ਵਾਰੀ ਫਿਰ ਤੇਜ਼ੀ ਆ ਗਈ। ਜੀਪਾਂ ਕਾਰਾਂ ਜਿਹੜੀਆਂ ਮੁੱਦਤ ਤੋਂ ਗਰਾਜ਼ਾਂ ਵਿੱਚ ਖੜੀਆਂ ਜਾਮ ਹੋ ਗਈਆਂ ਸਨ, ਸੜਕਾਂ ਉੱਤੇ ਦੁਬਾਰਾ ਘੁੰਮਦੀਆਂ ਨਜ਼ਰ ਆਉਣ ਲੱਗੀਆਂ। ਸੜਕਾਂ ਉੱਤੇ ਵੱਡੇ ਵੱਡੇ ਪੋਸਟਰ ਲੱਗਣ ਲੱਗੇ, ਜਿਨ੍ਹਾਂ ਵਿੱਚ ਮੁਖਾਲਫ ਉਮੀਦਵਾਰ ਦੀਆਂ ਕਰਤੂਤਾਂ ਦੇ ਕੱਚੇ ਚਿੱਠੇ ਖੂਬ ਮਸਾਲਾ ਲਾ ਕੇ ਛਾਪੇ ਜਾ ਰਹੇ ਸਨ। ਅਖਬਾਰਾਂ ਦੇ ਕਾਲਮ, ਜਿਹੜੇ ਜਨਤਾ ਦੀ ਮਲਕੀਅਤ ਸਮਝੇ ਜਾਂਦੇ ਨੇ, ਦੇਸ਼ ਭਗਤਾਂ ਨੂੰ ਕੌਮੀ ਗਦਾਰ ਤੇ ਕੌਮੀ ਗਦਾਰਾਂ ਨੂੰ ਦੇਸ਼ ਭਗਤ ਸਾਬਿਤ ਕਰਨ ਲਈ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਭਰਪੂਰ ਨਜ਼ਰੀ ਆਉਣ ਲੱਗ ਪਏ। ਅੰਬਾਲਾ ਡਿਵੀਜ਼ਨ ਵਿੱਚ ਇਸ ਚੋਣ ਲਈ ਖਾਸ ਤੌਰ ਤੇ ਜ਼ੋਰ-ਸ਼ੋਰ ਨਾਲ ਤਿਆਰੀ ਹੋ ਰਹੀ ਸੀ, ਕਿਉਂਕਿ ਇਹੋ ਇਸ ਵੇਲੇ ਪੂਰਬੀ ਪੰਜਾਬ ਦਾ ਕੇਂਦਰ ਸੀ। ਇੱਥੇ ਵੀ ਕਾਂਗਰਸ ਦੇ ਦੋ ਗਰੁੱਪ ਸਨ, ਇਸ ਲਈ ਦੋਹਾਂ ਨੇ ਆਪੋ ਆਪਣੇ ਗਰੁੱਪਾਂ ਵੱਲੋਂ ਉਮੀਦਵਾਰ ਖੜਾ ਕਰਨ ਦਾ ਫੈਸਲਾ ਕਰ ਲਿਆ। ਗੱਲ ਭਾਵੇਂ ਅੱਤ ਦਰਜੇ ਦੀ ਹਾਸੋ ਹੀ ਨਹੀਂ ਸੀ, ਪਰ ਇਹਨਾਂ ਦਿਨਾਂ ਵਿੱਚ ਅਕਸਰ ਕਾਂਗਰਸੀਆਂ ਦੇ ਦਿਲ ਹਾਸਾ ਪ੍ਰੂਫ ਬਣ ਜਾਂਦੇ ਸਨ, ਜਿਸ ਕਰਕੇ ਉਹਨਾਂ ਉੱਤੇ ਕੋਈ ਅਸਰ ਨਹੀਂ ਸੀ ਹੋ ਸਕਦਾ। ਕੁਝ ਸਿਆਣੇ ਤੇ ਦੇਸ਼ਦਰਦੀ ਕਾਂਗਰਸੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਦੋਹਾਂ ਉਮੀਦਵਾਰਾਂ ਵਿੱਚੋਂ ਇੱਕ ਬੈਠ ਜਾਵੇ, ਜਦਕਿ ਦੋਵੇਂ ਹੀ ਕਾਂਗਰਸ ਵੱਲੋਂ ਖੜੇ ਹੋਣ ਦਾ ਦਾਅਵਾ ਕਰ ਰਹੇ ਸਨ, ਪਰ ਕਿਸੇ ਦੀ ਕੋਈ ਪੇਸ਼ ਨਾ ਗਈ ਤੇ ਦੋਹਾਂ ਗਰੁੱਪਾਂ ਦੇ ਦੋਵੇਂ ਉਮੀਦਵਾਰ ਪੂਰੀ ਤਰ੍ਹਾਂ ਲੰਗਰ ਲੰਗੋਟੇ ਕੱਸ ਕੇ ਮੈਦਾਨ ਵਿੱਚ ਉਤਰ ਆਏ। ਦੋਹਾਂ ਕਾਂਗਰਸੀ ਉਮੀਦਵਾਰਾਂ ਵਿੱਚੋਂ ਇੱਕ ਸੀ ਡਾਕਟਰ ਆਨੰਦ, ਜਿਸ ਨੇ ਪ੍ਰੋਪੇਗੰਡਾ ਕਰਨ ਲਈ ਦੋ ਪਾਰਟੀਆਂ ਬਣਾ ਲਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੇ ਮੋਹਰੀ ਤੋਂ ਖੁਦ ਸਨ ਤੇ ਦੂਜੀ ਦੀ ਵਾਂਗਡੋਰ ਪੰਡਤ ਬ੍ਰਹਮ ਸਹਾਇ ਸ਼ੁਕਲ ਦੇ ਹੱਥਾਂ ਵਿੱਚ ਸੀ। ਡਾਕਟਰ ਆਨੰਦ ਅੱਜ ਕਈਆਂ ਦਿਨਾਂ ਤੋਂ ਆਪਣੀ ਪਾਰਟੀ ਸਮੇਤ ਇਲਾਕੇ ਦਾ ਦੌਰਾ ਕਰਨ ਗਿਆ ਸੀ, ਜਿਸ ਕਰਕੇ ਸ਼ਹਿਰ ਵਿੱਚ ਪ੍ਰੋਪੇਗੰਡਾ ਸ਼ੁਕਲ ਜੀ ਦੀ ਨਿਗਰਾਨੀ ਹੇਠ ਹੋ ਰਿਹਾ ਸੀ। ਅੱਜ ਦੀ ਜਿਹੜੀ ਮੀਟਿੰਗ ਸ਼ੁਕਲ ਜੀ ਦੇ ਮਕਾਨ ਤੇ ਬੁਲਾਈ ਗਈ ਸੀ, ਇਸ ਦੇ ਏਜੰਡੇ ਵਿੱਚ ਭਾਵੇਂ ਹੋਰ ਗੱਲਾਂ ਦਾ ਜ਼ਿਕਰ ਵੀ ਸੀ, ਪਰ ਇਸ ਦਾ ਮੁੱਖ ਮਨੋਰਥ ਡਾਕਟਰ ਆਨੰਦ ਦਾ ਪ੍ਰੋਪੇਗੰਡਾ ਸੀ। ਇਸੇ ਮਨੋਰਥ ਦੀ ਪੂਰਤੀ ਲਈ ਸ਼ਹਿਰ ਦੇ ਕੁਝ ਉੱਗੇ ਤੇ ਉਦਮੀ ਸੱਜਣਾਂ ਨੂੰ ਸ਼ੁਕਲ ਜੀ ਨੇ ਆਪਣੇ ਨਿਵਾਸ ਸਥਾਨ ਤੇ ਸੱਦਿਆ ਹੋਇਆ ਸੀ। ਸ਼ੁਕਲ ਜੀ ਦਾ ਹਾਲ ਕਮਰਾ ਪੂਰੇ ਅਮੀਰਾਨਾ ਠਾਠ ਨਾਲ ਸਜਿਆ ਹੋਇਆ ਸੀ, ਜਿੱਥੇ ਕੁਰਸੀਆਂ ਦੇ ਥਾਂ ਸੋਫਿਆਂ ਨੂੰ ਕਰੀਨੇ ਨਾਲ ਰੱਖਿਆ ਹੋਇਆ ਸੀ, ਜਿਨ੍ਹਾਂ ਦੇ ਅੱਗੇ ਹਰ ਇੱਕ ਪ੍ਰਾਹੁਣੇ ਲਈ ਇੱਕ ਛੋਟੀ ਮੇਜ਼, ਉਸ ਉੱਤੇ ਇੱਕ ਚਿੱਟਾ ਮੇਜ਼ਪੋਸ਼ ਤੇ ਉੱਤੇ ਇੱਕ ਰਾਈਟਿੰਗ ਪੈਡ ਤੇ ਇੱਕ ਪੈਨਸਲ ਰੱਖ ਦਿੱਤੀ ਗਈ ਸੀ। ਸ਼ਾਮ ਦੇ 7 ਵਜੇ ਜਦ 50 ਸੀਟਾਂ ਚੋਂ ਮਸੇ 18 ਹੀ ਪੁਰ ਹੋਈਆਂ ਸਨ, ਅੱਜ ਦੀ ਕਾਰਵਾਈ ਦਾ ਆਰੰਭ ਕੀਤਾ ਗਿਆ। ਸਭ ਤੋਂ ਪਹਿਲਾਂ ਸੇਠ ਮਨਸਾ ਰਾਮ ਗਵਰਨਮੈਂਟ ਕੰਟਰੈਕਟਰ ਆਪਣੀ ਖੱਦਰ ਦੀ 30 ਬਟਨਾਂ ਵਾਲੀ ਐਚਕਨ, ਜਿਹੜੀ ਉਹਨਾਂ ਇਹੋ ਜਿਹੇ ਮੌਕਿਆਂ ਲਈ ਹੀ ਰੱਖੀ ਹੋਈ ਸੀ, ਤੇ ਬਟਨਾਂ ਨੂੰ ਵਧੇ ਹੋਏ ਪੇਟ ਅੱਗੋਂ ਖੋਲਦੇ ਹੋਏ ਬੋਲੇ, ਸੱਜਣੋ, ਆਪਣੇ ਮਾਨਯੋਗ ਬਜ਼ੁਰਗ ਸ਼੍ਰੀ ਸ਼ੁਕਲ ਜੀ ਲਈ ਧੰਨਵਾਦ ਦਾ ਮਤਾ ਪਾਸ ਕਰਦਾ ਹਾਂ ਤੇ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਲਈ ਉਹਨਾਂ ਦਾ ਨਾਂ ਪੇਸ਼ ਕਰਦਾ ਹਾਂ। ਠੇਕੇਦਾਰ ਸਾਹਿਬ ਨੇ ਭਾਵੇਂ ਆਪਣੇ ਵੱਲੋਂ ਉਪਰੋਕਤ ਸ਼ਬਦਾਂ ਨੂੰ ਖੂਬ ਕੰਠ ਕਰਕੇ ਲਿਆਂਦਾ ਹੋਇਆ ਸੀ, ਫਿਰ ਵੀ ਥੋੜੀ ਜਿੰਨੀ ਉਕਾਈ ਖਾ ਹੀ ਗਏ ਸਨ, ਪਰ ਬਚਾਓ ਇਸੇ ਕਰਕੇ ਹੋ ਗਿਆ ਕਿ ਮੀਟਿੰਗ ਵਿੱਚ ਵਿਰੋਧੀ ਗਰੁੱਪ ਦਾ ਕੋਈ ਆਦਮੀ ਮੌਜੂਦ ਨਹੀਂ ਸੀ, ਨਹੀਂ ਤਾਂ ਉਹਨਾਂ ਦੇ ਕਹੇ ਹੋਏ ਧੰਨਵਾਦ ਦਾ ਮਤਾ ਪਾਸ ਕਰਦਾ ਹਾਂ ਉੱਤੇ ਪਤਾ ਨਹੀਂ ਕਿੰਨੀ ਕੁ ਖਿੱਲੀ ਉਡਾਈ ਜਾਂਦੀ। ਸਰਦਾਰ ਕੁੰਦਨ ਸਿੰਘ ਬਜਾਜ ਆਪਣੀ ਅੱਧ ਕਤਰੀ ਦਾੜੀ ਨੂੰ ਸਵਾਰਦੇ ਹੋਏ ਬੋਲੇ, ਸ਼ੁਕਲ ਜੀ ਬਾਬਤ ਕੁਝ ਦੱਸਣ ਦੀ ਮੈਨੂੰ ਲੋੜ ਨਹੀਂ, ਜਦਕਿ ਸ਼ਹਿਰ ਦਾ ਬੱਚਾ ਆਪ ਦੇ ਨਾਂ ਤੋਂ ਵਾਕਿਫ ਹੈ। ਆਪ ਦਾ ਨਾਂ ਨਾ ਕੇਵਲ ਅੰਬਾਲੇ ਵਿੱਚ ਸਗੋਂ ਦੂਰ ਦਰਾਜ਼ ਤੱਕ ਉੱਗਾ ਹੈ।
आपने सारी जिंदगी देश सेवा विच ला दिती है। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਸਾਡੀ ਕਾਂਗਰਸ ਕਮੇਟੀ ਦੇ ਮੁਕਾਬਲੇ ਵਿੱਚ ਜਿਹੜਾ ਬਹੁਰੂਪੀਆ ਗਰੁੱਪ ਪੈਦਾ ਹੋ ਗਿਆ ਹੈ, ਸ਼ੁਕਲ ਜੀ ਨੇ ਆਪਣੇ ਅਖਬਾਰ ਰਾਹੀਂ ਉਹਨਾਂ ਲੋਕਾਂ ਦੇ ਉਹ ਸ਼ੱਕੇ ਛੁਡਾਏ ਕਿ ਨਾਨੀ ਚੇਤੇ ਕਰਾ ਦਿੱਤੀ। ਸੋ ਮੈਂ ਆਪਣੇ ਬਜ਼ੁਰਗ ਦੀਆਂ ਲਾਸਾਨੀ ਕਰਨੀਆਂ ਉੱਤੇ ਫਖਰ ਕਰਦਾ ਹੋਇਆ ਇਸ ਮਤੇ ਦੀ ਤਾਇਦ ਕਰਦਾ ਹਾਂ। ਸ਼ੁਕਲ ਜੀ, ਜਿਹੜੇ ਹੁਣ ਤੀਕ ਸਭ ਤੋਂ ਪਰੇ ਕਰਕੇ ਇੱਕ ਸੋਫੇ ਦੀ ਨੁੱਕਰ ਵਿੱਚ ਦੁਬਕੇ ਹੋਏ ਸਨ, ਉੱਠ ਕੇ ਵਿਚਕਾਰ ਰੱਖੇ ਹੋਏ ਕਾਊਚ ਤੇ ਆ ਬੈਠੇ, ਜਿਸ ਤੇ 10-15 ਜੋੜੇ ਹੱਥਾਂ ਦੀਆਂ ਸੁਸਤ ਜਿਹੀਆਂ ਤਾੜੀਆਂ ਨੇ ਇਸ ਵੱਡੇ ਸਾਰੇ ਹਾਲ ਵਿੱਚ ਬੇਸੁਰੀ ਜਿਹੀ ਥਪ-ਥਪ ਪੈਦਾ ਕੀਤੀ। ਸ਼ੁਕਲ ਜੀ ਨੂੰ ਖੜੇ ਹੋ ਕੇ ਬੋਲਣ ਦੀ ਲੋੜ ਨਹੀਂ ਸੀ। ਇਹਨੇ ਥੋੜੇ ਮਜਮੇ ਵਿੱਚ ਬੋਲਣਾ ਉਹਨਾਂ ਦੀ ਪ੍ਰਤਿਸ਼ਠਾ ਦੇ ਅਨੁਕੂਲ ਨਹੀਂ ਸੀ। ਸੋ ਬੈਠੇ ਹੀ ਬੈਠੇ ਉਹਨਾਂ ਉਚਾਰਨਾ शुरू किया। प्रिय बंधुजन, आपके इस अनुग्रह के लिए कृतज्ञ हूँ। यथार्थ में इस उच्च आसन को सुशोभित करने के लिए किसी योग्य व्यक्ति की आवश्यकता थी, परंतु हजे ਉਹ ਇੰਨਾ ਹੀ ਬੋਲੇ ਸਨ ਕਿ ਕਈ ਆਵਾਜ਼ਾਂ ਆਈਆਂ ਪੰਜਾਬੀ ਵਿੱਚ, ਨਾਲ ਹੀ ਕੁਝ ਹੋਰ ਆਵਾਜ਼ਾਂ ਸੁਣਾਈ ਦਿੱਤੀਆਂ, ਨਹੀਂ ਨਹੀਂ ਹਿੰਦੀ में भाषण होगा, हिंदी में। ਉਸ ਤੋਂ ਬਾਅਦ 15-20 ਮਿੰਟ ਇਹੋ ਪੰਜਾਬੀ ਤੇ ਹਿੰਦੀ ਦੀ ਮੱਛੀ ਵਿਕਦੀ ਰਹੀ, ਜਿਸ ਦਾ ਅੰਤਮ ਫੈਸਲਾ ਪੰਜਾਬੀ ਦੇ ਹੱਕ ਵਿੱਚ ਹੋਇਆ ਤੇ ਸ਼ੁਕਲ ਜੀ ਨੇ ਫਿਰ ਬੋਲਣਾ ਸ਼ੁਰੂ ਕੀਤਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਤਾਂ ਦੇਸ਼ ਭਗਤਾਂ ਦੇ ਕੂਕਰਾਂ ਦਾ ਕੂਕਰ ਹਾਂ। ਮੇਰੇ ਲਈ ਇਹੋ ਬੜੇ ਸੁਭਾਗ ਦੀ ਗੱਲ ਹੈ ਕਿ ਆਪਣਾ ਇਹ ਤੁਸ਼ ਜੀਵਨ ਮੈਂ ਭਾਰਤ ਮਾਤਾ ਦੀ ਸੇਵਾ ਵਿੱਚ ਗੁਜ਼ਾਰਿਆ ਹੈ। ਭਗਵਾਨ ਦੇ ਚਰਨਾਂ ਵਿੱਚ ਮੇਰੀ ਇਹੋ ਪ੍ਰਾਰਥਨਾ ਹੈ ਕਿ ਅੰਤਮ ਸਵਾਸ ਤੱਕ ਆਪਣੇ ਪਿਆਰੇ ਭਾਰਤ ਦੀ ਸੇਵਾ ਕਰਦਾ ਰਹਾਂ। ਪਰ ਇਹ ਵੇਖ ਕੇ ਮੈਨੂੰ ਅਤਿਅੰਤ ਦੁੱਖ ਹੁੰਦਾ ਹੈ ਕਿ ਸਾਡੇ ਕਾਂਗਰਸ ਸੇਵਕਾਂ ਵਿੱਚ ਠੋਸ ਕੰਮ ਅਤੇ ਸੱਚੀ ਦੇਸ਼ ਸੇਵਾ ਦਾ ਉਤਸ਼ਾਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਜਿਹਾ ਕਿ ਅੱਜ ਦੀ ਹਾਜ਼ਰੀ ਤੋਂ ਪ੍ਰਗਟ ਹੈ। ਖੈਰ, ਇਸ ਬਾਰੇ ਮੈਂ ਆਪਣੇ ਖਿਆਲ ਮੀਟਿੰਗ ਦੇ ਅੰਤ ਵਿੱਚ ਪ੍ਰਗਟ ਕਰਾਂਗਾ। ਇਸ ਵੇਲੇ ਸ਼੍ਰੀ ਦੁਰਗਾ ਦਾਸ ਜੀ ਚਤਰਥ ਆਪ ਦੀ ਸੇਵਾ ਵਿੱਚ ਅੱਜ ਦੀ ਇਕੱਤਰਤਾ ਦਾ ਮਨੋਰਥ ਨਿਵੇਦਨ ਕਰਨਗੇ। ਪਹਿਲਾਂ ਵਰਗੀ ਤਾੜੀਆਂ ਦੀ ਥਪ-ਥਪ ਵਿੱਚ ਚਤਰਥ ਜੀ ਨੇ ਆਪਣਾ ਲੰਮਾ ਤੇ ਬੇਰਸ ਜਿਹਾ ਭਾਸ਼ਣ ਆਰੰਭ ਕੀਤਾ, ਜਿਸ ਬਾਬਤ ਸਰੋਤਿਆਂ ਨੂੰ ਅਖੀਰ ਤੱਕ ਸਮਝ ਨਾ ਆ ਸਕੀ ਕਿ ਇਸ ਤਕਰੀਰ ਤੋਂ ਵਕਤੇ ਦਾ ਮਨੋਰਥ ਕੀ ਹੈ। ਸ਼ੁਰੂ ਵਿੱਚ ਚਤਰਥ ਜੀ ਨੇ ਭੱਦੇ ਜਿਹੇ ਢੰਗ ਨਾਲ ਕਾਂਗਰਸ ਹਕੂਮਤ ਦੀ ਸ਼ਲਾਘਾ ਸ਼ੁਰੂ ਕੀਤੀ, ਫਿਰ ਵੱਡੇ ਕੌਮੀ ਲੀਡਰਾਂ ਦੀ ਸਿਫਤ ਸਲਾਹ ਵਿੱਚ ਕੁਝ ਮਿੰਟ ਗੁਜ਼ਾਰੇ ਤੇ ਉਸ ਤੋਂ ਬਾਅਦ ਦੇਸ਼ ਦੀ ਮੌਜੂਦਾ ਹਾਲਤ ਉੱਤੇ ਬਨਾਵਟੀ ਜਿਹਾ ਦੁੱਖ ਤੇ ਬਾਜ਼ਾਰੀ ਜਿਹੇ ਢੰਗ ਦਾ ਰੋਸ ਪ੍ਰਗਟ ਕਰਨ ਲੱਗੇ। ਇਸੇ ਤਰ੍ਹਾਂ ਦੀਆਂ ਵਿਕੋਲਿਤਰੀਆਂ ਵਿੱਚ ਆਪਣਾ ਵਕਤ ਖਤਮ ਕਰਕੇ ਜਦੋਂ ਬੈਠਣ ਲੱਗੇ ਤਾਂ ਉਹਨਾਂ ਵੇਖਿਆ ਬਹੁਤ ਸਾਰੇ ਸਰੋਤੇ ਸੋਫਿਆਂ ਦੀਆਂ ਢੋਆਂ ਨਾਲ ਪਿੱਠਾਂ ਜੋੜੀ ਪੱਖੇ ਦੀ ਹਵਾ ਦਾ ਆਨੰਦ ਲੈਂਦੇ ਹੋਏ ਤੰਦਰਾਂ ਦਾ ਰਸ ਮਾਣ ਰਹੇ ਸਨ। ਕੁਝ ਜਿਹੜੇ ਜਾਗਦੇ ਸਨ ਉਹ ਮੂੰਹ ਅੱਗੇ ਹੱਥ ਰੱਖ ਕੇ ਉਬਾਸੀਆਂ ਲੈ ਰਹੇ ਸਨ। ਇਸ ਵੇਲੇ ਸਾਰਿਆਂ ਦੀ ਨਜ਼ਰ ਅੰਦਰ ਆਉਂਦੇ ਹੋਏ ਸਰਦਾਰ ਬੇਲਾ ਸਿੰਘ ਫਟਾਫਟ ਉੱਤੇ ਪਈ ਤੇ ਉਸ ਨੂੰ ਵੇਖਦਿਆਂ ਹੀ ਸਾਰਿਆਂ ਦੇ ਦਿਲ ਖਿੜ ਗਏ। ਪ੍ਰੋਗਰਾਮ ਅਨੁਸਾਰ ਭਾਵੇਂ ਇਸ ਵੇਲੇ ਕਿਸੇ ਹੋਰ ਦੇ ਬੋਲਣ ਦੀ ਵਾਰੀ ਸੀ, ਪਰ ਸ਼ੁਕਲ ਜੀ ਨੇ ਮੌਕਾ ਸੰਨਿਆਸੀ ਤੋਂ ਕੰਮ ਲੈਂਦਿਆਂ ਹੋਇਆਂ ਸ਼੍ਰੀ ਫਟਾਫਟ ਨੂੰ ਫਰਮਾਇਸ਼ ਪਾਈ ਤਾਂ ਜੋ ਸਰੋਤਿਆਂ ਉੱਤੇ ਜਿਹੜੀ ਸਿਥਲਤਾ ਜਿਹੀ ਛਾਈ ਹੋਈ ਸੀ ਦੂਰ ਹੋ ਜਾਵੇ। ਫਟਾਫਟ 25 ਕੁ ਵਰਿਆਂ ਦਾ ਨੌਜਵਾਨ ਸਿੱਖ ਸੀ, ਬੜਾ ਫੁਰਤੀਲਾ ਤੇ ਤੇਜ਼ ਤਰਾਰ। ਆਪਣੇ ਸ਼ਹਿਰ ਵਿੱਚ ਉਹ ਕਵੀ ਕਰਕੇ ਮਸ਼ਹੂਰ ਸੀ। ਸੁਰੀਲੀ ਆਵਾਜ਼ ਵਿੱਚ ਉਸਨੇ ਇੱਕ ਕਵਿਤਾ ਸੁਣਾਉਣੀ ਸ਼ੁਰੂ ਕੀਤੀ, ਜਿਸ ਦਾ ਸਿਰਲੇਖ ਸੀ ਸ਼ਰਨਾਰਥੀ। ਕਵਿਤਾ ਪੁਰ ਅਸਰ ਤੇ ਰਫਿਊਜ਼ੀਆਂ ਦੇ ਦੁੱਖਾਂ ਦਰਦਾਂ ਦੀ ਦਿਲ ਵਿਨਵੀਂ ਦਾਸਤਾਨ ਸੀ, ਜਿਨ੍ਹਾਂ ਨੂੰ ਸੁਣ ਕੇ ਸਭਨਾਂ ਦੇ ਦਿਲ ਛਲਕ ਪਏ। ਉਂਗਨ ਤੇ ਉਬਾਸੀਆਂ ਲੈਣ ਵਾਲਿਆਂ ਨੂੰ ਵੀ ਕਵੀ ਦੇ ਜਜ਼ਬਾਤੀ ਸ਼ਬਦਾਂ ਨੇ ਚੇਤਨ ਕਰ ਦਿੱਤਾ ਤੇ ਥੋੜਾ ਜਿਹਾ ਇਕੱਠ ਜਿਹੜਾ ਹੁਣ ਤੋਂ ਪਹਿਲਾਂ ਬੇਜਾਨ ਦਿਸਦਾ ਸੀ, ਗਰਮਾਇਸ਼ ਦੇ ਰੰਗ ਵਿੱਚ ਦਿਖਾਈ ਦੇਣ ਲੱਗਾ। ਫਟਾਫਟ ਸਾਹਿਬ ਕਾਂਗਰਸ ਦੀ ਸਟੇਜ ਤੇ ਅਕਸਰ ਬੋਲਿਆ ਕਰਦੇ ਸਨ, ਪਰ ਪਿੱਛੇ ਜੇ ਜਦ ਆਪ ਚੋਰ ਬਾਜ਼ਾਰੀ ਦੇ ਦੋਸ਼ ਵਿੱਚ ਫੜੇ ਗਏ ਤਾਂ ਉਹਨਾਂ ਦੀ ਗੈਰ ਮੌਜੂਦਗੀ ਨੂੰ ਕਾਫੀ ਮਹਿਸੂਸ ਕੀਤਾ ਜਾਂਦਾ ਰਿਹਾ ਸੀ। ਜਦੋਂ ਵੀ ਕੋਈ ਇਹੋ ਜਿਹਾ ਸਮਾਗਮ ਹੁੰਦਾ, ਜਨਤਾ ਅਕਸਰ ਉਹਨਾਂ ਨੂੰ ਯਾਦ ਕੀਤਾ ਕਰਦੀ ਸੀ। ਮੁਕੱਦਮਾ ਸੱਚਾ ਸੀ ਕਿ ਝੂਠਾ, ਇਹ ਤਾਂ ਸ਼੍ਰੀ ਫਟਾਫਟ ਹੀ ਜਾਣਦੇ ਹੋਣਗੇ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਦੇ ਪੱਕੇ ਕਾਂਗਰਸੀਆਂ ਨੇ ਉਸ ਦੀ ਮਦਦ ਕੀਤੀ, ਜਿਸ ਦਾ ਫਲਰੂਪ ਉਹ 1.5 ਕੁ ਮਹੀਨਾ ਹਵਾਲਾਤ ਵਿੱਚ ਰਹਿਣ ਤੋਂ ਬਾਅਦ ਬਾਇੱਜ਼ਤ ਤੌਰ ਤੇ ਬਰੀ ਹੋ ਕੇ ਕੱਲ ਪਰਸੋਂ ਹੀ ਬਾਹਰ ਆਏ ਸਨ। ਕਵਿਤਾ ਕਾਫੀ ਲੰਮੀ ਸੀ, ਜਿਸਨੇ 10-15 ਮਿੰਟ ਚੰਗਾ ਦਿਲ ਪਰਚਾਵਾ ਬਣਾਈ ਰੱਖਿਆ। ਇਸ ਤੋਂ ਬਾਅਦ ਸ਼ੁਕਲ ਜੀ ਨੇ ਆਪਣੀ ਤਕਰੀਰ ਸ਼ੁਰੂ ਕੀਤੀ। ਇਹਨਾਂ ਦੀ ਤਕਰੀਰ ਵਧੇਰੇ ਆਪਣੇ ਅਖਬਾਰਾਂ ਦੀ ਫਾਈਲ ਦੇ ਆਧਾਰ ਤੇ ਹੀ ਨਿਰਭਰ ਸੀ, ਜਿਹੜੀ ਇਸ ਵੇਲੇ ਉਹਨਾਂ ਨੇ ਆਪਣੇ ਅੱਗੇ ਮੇਜ਼ ਉੱਤੇ ਫੈਲਾਈ ਹੋਈ ਸੀ। ਉਹਨਾਂ ਪਹਿਲਾਂ ਪੰਜਾਬ ਦੇ ਕੁਝ ਕਾਂਗਰਸੀਆਂ, ਜਿਨ੍ਹਾਂ ਨਾਲ ਉਹਨਾਂ ਦਾ ਜਾਂ ਉਹਨਾਂ ਦੀ ਪਾਰਟੀ ਦਾ ਮਤਭੇਦ ਸੀ, ਦੀਆਂ ਕਰਤੂਤਾਂ ਦੇ ਬਖੀਏ ਉਧੇੜਨੇ ਸ਼ੁਰੂ ਕੀਤੇ ਤੇ ਨਾਲੋਂ ਨਾਲ ਆਪਣੇ ਕਟਿੰਗ ਪੜ ਕੇ ਸੁਣਾਈ ਗਏ। ਫਿਰ ਫਿਰਕਾ ਪ੍ਰਸਤੀ, ਵੱਡੀ ਖੋਰੀ ਤੇ ਹੋਰ ਕਈ ਤਰ੍ਹਾਂ ਦੀਆਂ ਬਦਦਿਆਨੀਤੀਆਂ ਦੀ ਇੱਕ ਲੰਮੀ ਲੜੀ ਸ਼ੁਰੂ ਕਰਦੇ ਹੋਏ ਨਾਲੋਂ ਨਾਲ ਅਖਬਾਰ ਦੇ ਕਟਿੰਗ ਪੜ੍ਹੀ ਗਏ
ਤੇ ਦੱਸਦੇ ਗਏ ਕਿ ਉਹਨਾਂ ਨੇ ਆਪਣੇ ਦੇਸ਼ ਨੂੰ ਹਰ ਸਮੇਂ ਤੇ ਹਰ ਖਤਰੇ ਤੋਂ ਕਿਵੇਂ ਖਬਰਦਾਰ ਕੀਤਾ। ਫਿਰ ਉਹਨਾਂ ਦੀ ਤਕਰੀਰ ਦਾ ਰੁਖ ਇਸ ਪਾਸੇ ਹੋ ਤੁਰਿਆ ਕਿ ਕਾਂਗਰਸ ਦਾ ਵਕਾਰ ਜੇ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਵਿਰੋਧੀ ਪਾਰਟੀ ਤੇ ਉਸਦੇ ਕਾਰਕੁਨਾਂ ਦੇ ਸਿਰ ਹੈ, ਜਿਨ੍ਹਾਂ ਬਾਰੇ ਆਪਣੇ ਛਾਪੇ ਹੋਏ 2-3 ਪੂਰੇ ਮਜ਼ਮੂਨ ਉਹਨਾਂ ਨੇ ਪੜ੍ਹ ਸੁਣਾਏ। ਫਟਾਫਟ ਨੇ ਸਰੋਤਿਆਂ ਵਿੱਚ ਜਿਹੜੀ ਥੋੜੀ ਬਹੁਤੀ ਚੇਤਨਤਾ ਲਿਆਂਦੀ ਸੀ ਉਹ ਫਿਰ ਅਲੋਪ ਹੋਣ ਲੱਗੀ। ਸਰੋਤਿਆਂ ਨੂੰ ਫਿਰ ਉਬਾਸੀਆਂ ਤੇ ਉਂਗਾਂ ਦਾ ਦੌਰਾ ਪੈਣਾ ਸ਼ੁਰੂ ਹੋ ਗਿਆ, ਪਰ ਸ਼ੁਕਲ ਜੀ ਇਸ ਗੱਲ ਵੱਲੋਂ ਬੇਨਿਆਜ਼ ਸਨ। ਉਹਨਾਂ ਦਾ ਸਾਰਾ ਧਿਆਨ ਆਪਣੀਆਂ ਫਾਈਲਾਂ ਵੱਲ ਸੀ। ਤਕਰੀਰ ਨੂੰ ਜਾਰੀ ਰੱਖਦਿਆਂ ਹੋਇਆ ਸ਼ੁਕਲ ਜੀ ਨੇ ਇਹਨਾਂ ਸਾਰੀਆਂ ਰੋਗਾਂ ਦਾ ਇਲਾਜ ਦੱਸਣਾ ਆਰੰਭਿਆ। ਇਹ ਇਲਾਜ ਸੀ ਨਿਸ਼ਕਾਮ, ਅਣਥੱਕ ਤੇ ਕੁਰਬਾਨੀ ਵਾਲੇ ਨੌਜਵਾਨ ਅਮਲ ਦੇ ਮੈਦਾਨ ਵਿੱਚ ਆਉਣ। ਨਾਲੋਂ ਇਸ ਗੱਲ ਉੱਤੇ ਜ਼ੋਰ ਦਿੰਦੇ ਗਏ ਕਿ ਵਿਰੋਧੀ ਪਾਰਟੀ ਜਿਸਨੇ ਆਪਣੇ ਨਾਂ ਨਾਲ ਕਾਂਗਰਸ ਕਮੇਟੀ ਦੇ ਲਫ਼ਜ਼ ਲਾ ਕੇ ਇਹਨਾਂ ਪਵਿੱਤਰ ਸ਼ਬਦਾਂ ਨੂੰ ਕਲੰਕਿਤ ਕਰ ਰੱਖਿਆ ਹੈ, ਜਦ ਤੱਕ ਖਤਮ ਨਹੀਂ ਕਰ ਦਿੱਤਾ ਜਾਂਦਾ ਤਦ ਤੱਕ ਦੇਸ਼ ਦਾ ਕਲਿਆਣ ਹਰਗਿਜ਼ ਨਹੀਂ ਹੋ ਸਕਦਾ। ਫਿਰ ਉਹਨਾਂ ਆਪਣੇ ਗਰੁੱਪ ਦੇ ਸੁਨਹਿਰੀ ਕਾਰਨਾਮਿਆਂ ਉੱਤੇ ਰੌਸ਼ਨੀ ਪਾਉਣੀ ਸ਼ੁਰੂ ਕੀਤੀ। ਅਖੀਰ ਇਸ ਪਾਰਟੀ ਦੇ ਮੋਢਿਆਂ ਦੀ ਸਿਫਤ ਸਲਾਹ ਕਰਦੇ ਹੋਏ ਇਸ ਟਿਕਾਣੇ ਆ ਪਹੁੰਚੇ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸ਼ਹਿਰ ਦੇ ਸਰਫਰੋਸ਼ ਤੇ ਦੁਖੀਆਂ ਦੇ ਸੱਚੇ ਦਰਦੀ ਸ਼੍ਰੀ ਡਾਕਟਰ ਆਨੰਦ ਜੀ, ਜਿਹੜੇ ਕਿਸੇ ਕਾਰਨ ਕਰਕੇ ਇਸ ਵੇਲੇ ਤੁਹਾਡੇ ਵਿੱਚ ਮੌਜੂਦ ਨਹੀਂ, ਉਹਨਾਂ ਬਾਰੇ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ, ਕਿਉਂਕਿ ਹਰ ਇੱਕ ਆਦਮੀ ਉਹਨਾਂ ਦੇ ਨਾਮ ਤੋਂ ਵਾਕਿਫ ਹੈ। ਮੈਂ ਕੇਵਲ ਐਡੀਟੋਰੀਅਲ ਦਾ ਥੋੜਾ ਜਿਹਾ ਹਿੱਸਾ ਆਪ ਨੂੰ ਸੁਣਾਵਾਂਗਾ, ਜਿਹੜਾ ਡਾਕਟਰ ਸਾਹਿਬ ਦੀ ਜੀਵਨੀ ਉੱਤੇ ਰੌਸ਼ਨੀ ਪਾਉਂਦਾ ਹੈ। ਪਰਚਿਆਂ ਦੇ ਮਜ਼ਮੂਨ ਜਿਹੜੇ ਪਹਿਲਾਂ ਤੋਂ ਹੀ ਉਹਨਾਂ ਨੇ ਨਿਸ਼ਾਨੀਆਂ ਲਾ ਕੇ ਰੱਖੇ ਹੋਏ ਸਨ, ਪੜ੍ਹ ਕੇ ਸੁਣਾਣੇ ਸ਼ੁਰੂ ਕਰ ਦਿੱਤੇ। ਡਾਕਟਰ ਆਨੰਦ ਦੀ ਸਿਫਤ ਸਲਾਹ ਵਿੱਚ ਇਹ ਲੰਮੀ ਕਲਿਆਣ ਸੁਣ ਕੇ ਪੁੰਨਿਆ, ਜਿਹੜੀ ਸਰੋਤਿਆਂ ਵਿੱਚ ਮੌਜੂਦ ਸੀ, ਸਖਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ, ਕਿਉਂਕਿ ਡਾਕਟਰ ਆਨੰਦ ਦੀਆਂ ਤਾਰੀਫਾਂ ਨਹੀਂ ਸਗੋਂ ਉਹ ਇਸ ਨੂੰ ਨਿੰਦਿਆ ਖਿਆਲ ਕਰਦੀ ਸੀ, ਜਦਕਿ ਲੋੜ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਭੱਦੇ ਤੇ ਖੁਸ਼ਾਮਦਾਨਾ ਜਿਹੇ ਰੰਗ ਵਿੱਚ ਸ਼ੁਕਲ ਜੀ ਉਸ ਦੀਆਂ ਤਾਰੀਫਾਂ ਦੇ ਪੁੱਲ ਬੰਨੀ ਜਾ ਰਹੇ ਸਨ। ਪੁੰਨਿਆ ਸੋਚ ਰਹੀ ਸੀ, ਇਹ ਕੀ ਹੋ ਰਿਹਾ ਹੈ? ਇਹ ਦੇਸ਼ ਭਗਤਾਂ ਦੀ ਮੀਟਿੰਗ ਹੈ ਕਿ ਬੱਚਿਆਂ ਦੀ ਖੇਡ? ਸ਼ੁਕਲ ਜੀ ਬਾਬਤ ਤਾਂ ਪਹਿਲਾਂ ਤੋਂ ਹੀ ਨਫ਼ਰਤ ਨਾਲ ਉਸਦਾ ਦਿਲ ਉਬਾਲੇ ਖਾ ਰਿਹਾ ਸੀ ਤੇ ਉਹੀ ਇਸ ਵੇਲੇ ਇਸ ਮਜਮੇ ਦਾ ਕਰਤਾ ਧਰਤਾ ਬਣ ਕੇ ਵੱਧ ਕੇ ਹੱਥ ਮਾਰ ਰਿਹਾ ਸੀ। ਇਸ ਸਾਰੇ ਸਮੇਂ ਵਿੱਚ ਕਈ ਵਾਰੀ ਪੁੰਨਿਆ ਦੇ ਦਿਲ ਵਿੱਚ ਆਇਆ ਕਿ ਉਹ ਚਿੱਠ ਲਿਖ ਕੇ ਕੁਝ ਬੋਲਣ ਦੀ ਆਗਿਆ ਮੰਗੇ, ਪਰ ਸਮੇਂ ਦੀ ਅਨੁਕੂਲਤਾ ਨੂੰ ਉਡੀਕਦੀ ਹੋਈ ਉਹ ਫੇਰ ਦੜ ਵਟ ਜਾਂਦੀ। ਸ਼ੁਕਲ ਜੀ ਬੋਲਦੇ ਗਏ, ਕਟਿੰਗ ਪੜ੍ਹ ਕੇ ਸੁਣਾਉਂਦੇ ਗਏ ਤੇ ਬੋਲਦੇ ਛੇਕੜ ਰਫਿਊਜ਼ੀਆਂ ਦੇ ਦੁੱਖਾਂ ਦਰਦਾਂ ਦੇ ਬਿਆਨ ਵੱਲ ਮੁੜੇ। ਬੜੀ ਰੋਣ ਹੱਕੀ ਤੇ ਪੁਰ ਦਰਦ ਜਿਹੀ ਆਵਾਜ਼ ਵਿੱਚ ਉਹਨਾਂ ਦੱਸਣਾ ਸ਼ੁਰੂ ਕੀਤਾ ਕਿ ਡਾਕਟਰ ਆਨੰਦ ਨੇ ਕਿਸ ਤਰ੍ਹਾਂ ਫਸਾਦਾਂ ਦੇ ਦਿਨੀ ਉਹਨਾਂ ਬਦਨਸੀਬਾਂ ਲਈ ਆਪਣੀ ਨੀਂਦਰ, ਭੁੱਖ ਤੇ ਆਰਾਮ ਨੂੰ ਤਿਆਗੀ ਰੱਖਿਆ ਤੇ 24 ਘੰਟੇ ਰੋਜ਼ ਉਹਨਾਂ ਦੀ ਸੇਵਾ ਵਿੱਚ ਗੁਜ਼ਾਰੇ। ਫਿਰ ਆਪਣੇ ਅਸਲ ਨੁਕਤੇ ਵੱਲ ਆਉਂਦੇ ਹੋਏ ਬੋਲੇ, ਮਿੱਤਰ ਜਨੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲੱਖਾਂ ਪੀੜਤਾਂ ਦੀ ਸਹੀ ਤੌਰ ਤੇ ਤਰਜਮਾਨੀ ਕੀਤੀ ਜਾਵੇ ਤੇ ਹਕੂਮਤ ਉੱਤੇ ਜ਼ੋਰ ਦੇ ਕੇ ਉਹਨਾਂ ਦੇ ਦੁੱਖਾਂ ਤਕਲੀਫਾਂ ਦਾ ਹੱਲ ਲੱਭਿਆ ਜਾਵੇ, ਤਾਂ ਇਸ ਦਾ ਇੱਕੋ ਇੱਕ ਇਲਾਜ ਹੈ ਕਿ ਡਾਕਟਰ ਜੀ ਨੂੰ ਲੈਜਿਸਲੇਟਿਵ ਅਸੈਂਬਲੀ ਵਿੱਚ ਭੇਜ ਕੇ ਉਹਨਾਂ ਦੀ ਲੋਕ ਸੇਵਾ ਲਈ ਮੈਦਾਨ ਤਿਆਰ ਕਰੋ, ਕਿਉਂਕਿ ਇਸ ਵੇਲੇ ਸਾਡੇ ਸਾਹਮਣੇ ਜੇ ਕੋਈ ਸਭ ਤੋਂ ਜ਼ਰੂਰੀ ਸਵਾਲ ਹੈ ਤਾਂ ਉਹ ਹੈ ਆਪਣੇ ਲੱਖਾਂ ਬੇਵਤਨ ਭਰਾਵਾਂ ਨੂੰ ਪਨਾਹ ਦੇਣੀ। ਮੈਂ ਜਦ ਵੇਖਦਾ ਹਾਂ ਕਿ ਇਸੇ ਸ਼ਹਿਰ ਵਿੱਚ ਜਿੱਥੇ ਵੱਡੇ ਮਹਿਲ ਮਾੜੀਆਂ ਵਿੱਚ ਬੈਠੇ ਅਮੀਰ ਲੋਕ ਸੁੱਖ ਮਾਣ ਰਹੇ ਨੇ, ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਸਾਡੇ ਬੇਗਿਣਤ ਭੈਣਾਂ ਵੀਰ ਪਸ਼ੂਆਂ ਦੀ ਜ਼ਿੰਦਗੀ ਬਿਤਾ ਰਹੇ ਹਨ, ਤਾਂ ਸੋਚਦਾ ਹਾਂ ਕਿ ਅਸੀਂ ਇਤਨੇ ਹੀ ਬੇਅੰਕ ਤੇ ਬੇਗੈਰਤ ਹੋ ਗਏ ਹਾਂ ਕਿ ਆਪਣੇ ਹਮਵਤਨਾਂ ਦੀ ਹਾਲਤ ਵੇਖ ਕੇ ਸਾਡੇ ਦਿਲ ਨਹੀਂ ਪਿਘਲਦੇ। ਸਾਡਾ ਖਾਣਾ ਤੇ ਸੌਣਾ, ਸਾਡਾ ਹੱਸਣਾ ਤੇ ਖੇਡਣਾ, ਬਲਕਿ ਸਾਡਾ ਜੀਣਾ ਵੀ ਹਰਾਮ ਹੈ ਜਦ ਤੱਕ ਅਸੀਂ ਉਹਨਾਂ ਬੇਵਤਨਾਂ ਦੇ ਰਹਿਣ ਲਈ ਛੱਤ ਤੇ ਖਾਣ ਲਈ ਰੋਟੀ ਦਾ ਇੰਤਜ਼ਾਮ ਨਹੀਂ ਕਰਦੇ। ਕੀ ਸਾਡੀ ਹਕੂਮਤ ਦਾ ਫਰਜ਼ ਨਹੀਂ ਕਿ ਉਹ ਸਭ ਤੋਂ ਪਹਿਲਾਂ ਇਹਨਾਂ ਲਈ ਰੋਜੀ ਤੇ ਟਿਕਾਣੇ ਦਾ ਇੰਤਜ਼ਾਮ ਕਰੇ? ਕੀ ਦੇਸ਼ ਦੇ ਬੱਚੇ ਦਾ ਫਰਜ਼ ਨਹੀਂ ਕਿ ਆਪਣੇ ਸੁੱਖ ਤੇ ਆਰਾਮ ਨੂੰ ਕੁਰਬਾਨ ਕਰਕੇ ਉਹਨਾਂ ਪੀੜਤਾਂ ਦੇ ਦੁੱਖ ਵਡਾਉਣ ਵਿੱਚ ਹਿੱਸਾ ਲੈਣ? ਆਹ, ਕਿਤਨੇ ਜ਼ਾਲਮ, ਕਿਤਨੇ ਪੱਥਰ ਦਿਲ ਹਨ ਸਾਡੇ ਦੇਸ਼ਵਾਸੀ ਜਿਹੜੇ ਤੁਹਾਡੇ ਦੇਸ਼ਵਾਸੀ ਕਿ ਤੁਸੀਂ ਖੁਦ ਸੁਣਨ ਵਾਲਿਆਂ ਵਿੱਚੋਂ ਇੱਕ ਜਨਾਨਾ ਗਲੇ ਦੀ ਆਵਾਜ਼ ਗੂੰਜ ਉੱਠੀ। ਨਾਲ ਹੀ ਸਰੋਤਿਆਂ ਦਾ ਧਿਆਨ ਸ਼ੁਕਲ ਜੀ ਦੀ ਤਕਰੀਰ ਵੱਲੋਂ ਹਟ ਕੇ ਪੁੰਨਿਆ ਉੱਤੇ ਜਾ ਟਿਕਿਆ। ਸ਼ੁਕਲ ਜੀ ਨੇ ਪੁੰਨਿਆ ਵੱਲ ਤੱਕਿਆ, ਜਿਸ ਨਾਲ 1-2 ਵਾਰੀ ਪਹਿਲਾਂ ਹੀ ਡਾਕਟਰ ਆਨੰਦ ਰਾਹੀਂ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਸੀ ਤੇ ਡਾਕਟਰ ਆਨੰਦ ਦੀ ਜ਼ੁਬਾਨੀ ਉਹ ਇਹ ਵੀ ਸੁਣ ਚੁੱਕੇ ਸਨ ਕਿ ਮਿਸ ਪੁੰਨਿਆ ਇੱਕ ਪੜ੍ਹੀ ਲਿਖੀ ਤੇ ਦੇਸ਼ ਭਗਤੀ ਭਾਵਾਂ ਨਾਲ ਓਤ-ਪੋਤ ਲੜਕੀ ਹੈ, ਨਾਲੇ ਕਿ ਪੁੰਨਿਆ ਬੜੀਆਂ ਮੁਸੀਬਤਾਂ ਝਾਗਣ ਤੋਂ ਬਾਅਦ ਪੱਛਮੀ ਪੰਜਾਬ ਚੋਂ ਆਈ ਹੈ। ਕੀ ਕਿਹਾ ਦੇਵੀ ਜੀ ਤੁਸਾਂ? ਸ਼ੁਕਲ ਜੀ ਨੇ ਆਪਣੀ ਫੁੱਲ ਸਪੀਡ ਤਕਰੀਰ ਨੂੰ ਬ੍ਰੇਕਾਂ ਲਾਉਂਦਿਆਂ ਪੁੰਨਿਆ ਵੱਲ ਤੱਕ ਕੇ ਪੁੱਛਿਆ। ਖਿਮਾ ਕਰਨਾ, ਪੁੰਨਿਆ ਭਰਪੂਰ ਦਲੇਰੀ ਦੇ ਰੰਗ ਵਿੱਚ ਬੋਲੀ, ਮੈਂ ਕੁਝ ਕਹਿਣਾ ਚਾਹੁੰਦੀ ਹਾਂ। ਬੜੀ ਖੁਸ਼ੀ ਨਾਲ। ਕਹਿਣ ਤੋਂ ਬਾਅਦ ਸ਼ੁਕਲ ਜੀ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ,
ਮੈਨੂੰ ਤੁਆਰਫ ਕਰਾਉਣ ਦਾ ਚੇਤਾ ਹੀ ਭੁੱਲ ਗਿਆ ਸੀ। ਕੁਮਾਰੀ ਪੁੰਨਿਆ ਦੇਵੀ ਥੋੜੇ ਹੀ ਦਿਨ ਹੋਏ ਨੇ ਪਾਕਿਸਤਾਨੀ ਜ਼ਾਲਮਾਂ ਦੇ ਪੰਜੇ ਚੋਂ ਰਿਹਾਈ ਪ੍ਰਾਪਤ ਕਰਕੇ ਆਏ ਨੇ। ਬੀਬੀ ਜੀ ਡਾਕਟਰ ਆਨੰਦ ਜੀ ਦੇ ਅਸਿਸਟੈਂਟ ਨੇ। ਇਹਨਾਂ ਦੇ ਖਿਆਲਾਤ ਬੜੇ ਅਗਾਂਹ ਵਧੂ ਤੇ ਵਿਦਵਤਾ ਭਰੇ ਨੇ। ਇਹ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਤੇ ਕੁਝ ਕਹਿਣਾ ਚਾਹੁੰਦੇ ਨੇ। ਆਸ਼ਾ ਹੈ ਤੁਸੀਂ ਸਾਰੇ ਸੱਜਣ ਬੜੇ ਧਿਆਨ ਨਾਲ ਸੁਣੋਗੇ। ਪੁੰਨਿਆ ਨੇ ਵੀ ਸ਼ੁਕਲ ਵਾਂਗ ਬੈਠੇ ਹੀ ਬੋਲਣਾ ਸ਼ੁਰੂ ਕੀਤਾ। ਮੈਂ ਸ਼ੁਕਲ ਜੀ ਪਾਸੋਂ ਖਿਮਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਭੁਲੇਖਾ ਲੱਗਾ ਹੈ। ਮੈਂ ਆਪਣਾ ਦੁੱਖ ਦਰਦ ਸੁਣਾਉਣ ਲਈ ਨਹੀਂ ਆਈ, ਕਿਉਂਕਿ ਮੈਂ ਜਾਣਦੀ ਹਾਂ ਕਿ ਇਸ ਦਾ ਕੋਈ ਲਾਭ ਨਹੀਂ, ਜਦਕਿ ਇਹ ਜਿਹੜੀ ਕਾਰਵਾਈ ਇੱਥੇ ਹੋ ਰਹੀ ਹੈ ਸਭ ਨੁਮਾਇਸ਼ੀ ਹੈ। ਕੀ ਸ਼ੁਕਲ ਜੀ ਮੇਰੀ ਗੁਸਤਾਖੀ ਮਾਫ ਕਰੋਗੇ ਜੇ ਮੈਂ ਪੁੱਛਾਂ ਕਿ ਤੁਸੀਂ ਲੋਕ ਜਿਹੜੇ ਇਸ ਵੇਲੇ ਇਸ ਛੱਤ ਹੇਠ ਬੈਠੇ ਹੋ, ਜ਼ਬਾਨੀ ਜਮਾ ਖਰਚ ਤੋਂ ਛੁੱਟ ਅਮਲੀ ਤੌਰ ਤੇ ਕਿੰਨੀ ਕੁ ਹਮਦਰਦੀ ਰਫਿਊਜ਼ੀਆਂ ਨਾਲ ਰੱਖਦੇ ਹੋ? ਬੀਬੀ ਪੁੰਨਿਆ ਦੇਵੀ ਦਾ ਸਵਾਲ ਬੜਾ ਅਜੀਬ ਹੈ। ਨਾਲ ਦੇ ਕਾਊਂਚ ਤੋਂ ਬਾਬੂ ਮਨਸਾ ਰਾਮ ਹੋਰੀ ਬੋਲ ਉੱਠੇ, ਜੇ ਅਮਲੀ ਹਮਦਰਦੀ ਨਹੀਂ ਤਾਂ ਕਿ ਅਸੀਂ ਇੱਥੇ ਤਮਾਸ਼ਾ ਵੇਖਣ ਲਈ ਇਕੱਠੇ ਹੋਏ ਹਾਂ? ਬਿਲਕੁਲ ਤਮਾਸ਼ਾ। ਪੁੰਨਿਆ ਨੇ ਉਸ ਵੱਲ ਚੁਭਵੀਂ ਨਜ਼ਰੇ ਤੱਕਦਿਆਂ ਕਿਹਾ। ਖਿਮਾ ਕਰਨਾ ਬਾਬੂ ਸਾਹਿਬ, ਤੁਸੀਂ ਸਿਰਫ ਤਮਾਸ਼ਾ ਕਿਹਾ ਹੈ। ਮੈਂ ਕਹਿੰਦੀ ਹਾਂ ਤੁਸੀਂ ਲੋਕ ਰਫਿਊਜ਼ੀਆਂ ਨਾਲ ਟਿਚਕਰਾਂ ਕਰਨ ਲਈ, ਉਹਨਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਲਈ ਤੇ ਉਹਨਾਂ ਦੇ ਜਜ਼ਬਾਤ ਦਾ ਨਾਲ ਮਜ਼ਾਕ ਕਰਨ ਲਈ ਇੱਥੇ ਇਕੱਠੇ ਹੋਏ ਹੋ, ਜਾਂ ਫਿਰ ਤੁਹਾਡੇ ਇੱਥੇ ਆਉਣ ਦਾ ਮਕਸਦ ਹੈ ਆਪਣੀ ਵਿਰੋਧੀ ਪਾਰਟੀ ਨੂੰ ਭੰਡਣਾ ਤੇ ਆਪਣੀ ਪਾਰਟੀ ਦੀ ਇਸ਼ਤਿਹਾਰਬਾਜ਼ੀ ਕਰਨੀ। ਸਰਦਾਰ ਕੁੰਦਨ ਸਿੰਘ ਅਰੋੜਾ ਅਧਗੜ ਉਮਰ ਦੇ ਅੰਬਾਲੇ ਦੇ ਮਸ਼ਹੂਰ ਕੋਲ ਮਰਚੈਂਟ ਸਨ। ਇਸ ਓਪਰੀ ਕੁੜੀ ਦੇ ਮੂੰਹ ਫੱਟ ਪੁਣੇ ਨੇ ਉਹਨਾਂ ਦੇ ਸਬਰ ਦਾ ਪਿਆਲਾ ਸਭ ਤੋਂ ਵਧੇਰੇ ਛਲਕਾ ਦਿੱਤਾ। ਫਿਰ ਵੀ ਆਪਣੇ ਆਪ ਨੂੰ ਕਾਬੂ ਵਿੱਚ ਰੱਖਦੇ ਹੋਏ ਬੋਲੇ, ਤੁਹਾਡੀ ਇਸ ਦਲੀਲ ਦਾ ਸਬੂਤ ਬੀਬੀ ਜੀ? ਸਬੂਤ ਨਾ ਮੰਗੋ। ਪੁੰਨਿਆ ਦੇ ਚਿਹਰੇ ਉੱਤੇ ਜੋਸ਼ ਦੀ ਲਾਲੀ ਝਲਕ ਰਹੀ ਸੀ। ਜੇ ਮੈਂ ਸਬੂਤ ਪੇਸ਼ ਕੀਤਾ ਤਾਂ ਤੁਸੀਂ ਸਾਰੇ ਅੱਗ ਭੰਬੂਕਾ ਹੋ ਕੇ ਰਹਿ ਜਾਓਗੇ। ਮੈਂ ਤੁਹਾਡੀਆਂ ਹੁਣ ਤੱਕ ਦੀਆਂ ਤਕਰੀਰਾਂ ਬੜੇ ਗੌਰ ਨਾਲ ਸੁਣੀਆਂ ਨੇ, ਜਿਨ੍ਹਾਂ ਨੂੰ ਸੁਣ ਕੇ ਮੈਂ ਇਸੇ ਨਤੀਜੇ ਤੇ ਪਹੁੰਚੀ ਹਾਂ ਕਿ ਤੁਸੀਂ ਜਾਂ ਤਾਂ ਉਸ ਘਟੀਆ ਦੁਕਾਨਦਾਰ ਵਰਗੇ ਹੋ ਜਿਹੜਾ ਗੁਆਂਢੀ ਦੁਕਾਨਦਾਰ ਨੂੰ ਨਿੰਦ ਕੇ ਆਪਣੇ ਸੌਦੇ ਦੀਆਂ ਸਿਫਤਾਂ ਕਰਦਾ ਹੈ, ਤੇ ਜਾਂ ਤੁਸੀਂ ਉਸ ਚੋਰ ਵਰਗੇ ਹੋ ਜਿਹੜਾ ਚੋਰੀ ਕਰਨ ਤੋਂ ਬਾਅਦ ਭੀੜ ਵਿੱਚ ਰਲ ਕੇ ਆਪ ਵੀ ਚੋਰ ਚੋਰ ਪੁਕਾਰਨ ਲੱਗ ਪੈਂਦਾ ਹੈ। ਬਾਬੂ ਮਨਸਾ ਰਾਮ ਜੀ ਨੇ ਫਰਮਾਇਆ ਸੀ ਕਿ ਕੀ ਅਸੀਂ ਤਮਾਸ਼ਾ ਵੇਖਣ ਲਈ ਇਕੱਠੇ ਹੋਏ ਹਾਂ? ਮੈਂ ਕਹਿੰਦੀ ਹਾਂ ਤਮਾਸ਼ਾ ਵੇਖਣ ਲਈ ਨਹੀਂ, ਤਮਾਸ਼ਾ ਕਰਨ ਲਈ। ਤੁਸੀਂ ਇਸ ਵੇਲੇ ਜੋ ਕੁਝ ਕਰ ਰਹੇ ਹੋ ਇਹ ਤਮਾਸ਼ਾ ਨਹੀਂ ਤਾਂ ਦੱਸੋ ਹੋਰ ਕੀ ਹੈ? ਜਦ ਕਿ ਤੁਹਾਡੇ ਵਿੱਚੋਂ ਹਰ ਇੱਕ ਦੇ ਦਿਲ ਇਹੋ ਖਾਹਿਸ਼ ਹੈ ਕਿ ਕਾਂਗਰਸ ਪਨੇ ਦਾ ਬੁਰਕਾ ਪਹਿਨ ਕੇ ਜਨਤਾ ਪਾਸੋਂ, ਸਰਕਾਰ ਪਾਸੋਂ ਤੇ ਬਦਨਸੀਬ ਰਫਿਊਜ਼ੀਆਂ ਪਾਸੋਂ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਤੁਸੀਂ ਵਿਰੋਧੀ ਪਾਰਟੀ ਨੂੰ ਭੰਡ ਕੇ ਹਜ਼ਾਰ ਆਪਣੀਆਂ ਤਾਰੀਫਾਂ ਦੇ ਗੀਤ ਗਾਈ ਜਾਓ, ਪਰ ਦੁਨੀਆ ਇਸ ਤਮਾਸ਼ੇ ਨੂੰ ਖੂਬ ਸਮਝਦੀ ਹੈ। ਅੱਜ ਦੇ ਰਿਵਾਜ ਅਨੁਸਾਰ ਆਪਣੇ ਕਾਰੋਬਾਰ ਵਿੱਚ ਤਰੱਕੀ ਕਰਨ ਲਈ ਤੇ ਸਰਕਾਰ ਪਾਸੋਂ ਠੇਕੇ, ਪਰਮਿਟ ਜਾਂ ਨੌਕਰੀਆਂ ਲੈਣ ਲਈ ਸਭ ਤੋਂ ਵੱਡਾ ਗੁਰ ਹੈ ਕਾਂਗਰਸੀ ਹੋਣਾ ਤੇ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਾ। ਸੋ ਤੁਸੀਂ ਇਸੇ ਫਰਜ਼ ਨੂੰ ਅਦਾ ਕਰਨ ਲਈ ਇੱਥੇ ਜੁੜ ਬੈਠੇ ਹੋ। ਮੈਂ ਤਾਂ ਇਹੋ ਕੁਝ ਸਮਝ ਸਕੀ ਹਾਂ। ਪੁੰਨਿਆ ਰੁਕੀ ਨਹੀਂ, ਸਾਰੇ ਸਰੋਤਿਆਂ ਉੱਤੇ ਸਾਂਝੀ ਨਜ਼ਰ ਨਾਲ ਤੱਕਦਿਆਂ ਬੋਲੀ ਗਈ, ਜਰਾ ਬੁੱਕਲ ਵਿੱਚ ਮੂੰਹ ਪਾ ਕੇ ਵੇਖੋ ਤੇ ਫਿਰ ਮੈਨੂੰ ਦੱਸੋ ਕਿ ਤੁਹਾਡੇ ਵਿੱਚੋਂ ਕਿਹੜਾ ਹੈ ਜਿਸਨੇ ਕਾਂਗਰਸੀ ਬੁਰਕੇ ਦੀ ਮਦਦ ਨਾਲ ਸਰਕਾਰ ਪਾਸੋਂ ਨਜਾਇਜ਼ ਤੌਰ ਤੇ ਲੋਹੇ, ਕੋਲੇ, ਕੱਪੜੇ ਤੇ ਹੋਰ ਚੀਜ਼ਾਂ ਦੇ ਪਰਮਿਟ ਨਹੀਂ ਪ੍ਰਾਪਤ ਕੀਤੇ? ਕਿਹੜਾ ਹੈ ਜਿਸਨੇ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਤੇ ਠੇਕੇ ਦਿਵਾਉਣ ਵਿੱਚ ਇਸ ਕਾਂਗਰਸੀ ਬੁਰਕੇ ਦੀ ਮਦਦ ਨਹੀਂ ਲਈ? ਮੈਂ ਭਾਵੇਂ ਤੁਹਾਡੇ ਸ਼ਹਿਰ ਵਿੱਚ ਨਵੀਂ ਆਈ ਹਾਂ, ਫਿਰ ਵੀ ਇੰਨੀ ਕੁ ਵਾਕਫੀ ਮੈਂ ਜ਼ਰੂਰ ਹਾਸਲ ਕਰ ਲਈ ਹੈ। ਜੇ ਤੁਸੀਂ ਚਾਹੋ ਤਾਂ ਮੈਂ ਇਸ ਵੇਲੇ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਹਾਡੀਆਂ ਇਹਨਾਂ ਕਿਸ਼ਤੀ ਨੁਮਾ ਟੋਪੀਆਂ ਤੇ ਜਵਾਹਰ ਜੈਕਟਾਂ ਹੇਠ ਕਿਹੜੀ ਮੂੰਹ ਕਾਲੀ ਭੇੜ ਲੁਕੀ ਬੈਠੀ ਹੈ। ਬਿਲਕੁਲ ਗਲਤ ਹੈ। ਅਫਸੋਸ ਕਿ ਇਹ ਇੱਕ ਲੜਕੀ ਹੈ। ਜੇ ਕੋਈ ਮਰਦ ਸਾਡੀ ਇਹੋ ਜਿਹੀ ਹਤਕ ਕਰਦਾ ਤਾਂ ਮੈਂ ਬੀਬੀ ਜੀ ਪਾਸੋਂ ਜ਼ੋਰਦਾਰ ਲਫ਼ਜ਼ਾਂ ਵਿੱਚ ਮੰਗ ਕਰਦਾ ਹਾਂ ਕਿ ਉਹ ਨਾਂ ਲੈ ਕੇ ਦੱਸਣ ਜੇ ਕਿਸੇ ਬਾਬਤ ਕੁਝ ਜਾਣਦੇ ਨੇ। ਇਸ ਤਰ੍ਹਾਂ ਦੀ ਹਤਕ ਹਰਗਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਹੋ ਜਿਹੀਆਂ ਕਿੰਨੀਆਂ ਹੀ ਰਲੀਆਂ ਮਿਲੀਆਂ ਆਵਾਜ਼ਾਂ ਹਾਲ ਵਿੱਚ ਗੂੰਜ ਉੱਠੀਆਂ, ਜਿਨ੍ਹਾਂ ਦੇ ਅਸਰ ਨਾਲ ਇੱਕ ਵਾਰੀ ਤਾਂ ਪੁੰਨਿਆ ਕੁਝ ਚਕਰਾਈ ਪਰ ਝੱਟ ਹੀ ਸੰਭਲ ਗਈ। ਉਸ ਉੱਤੇ ਜਿਵੇਂ ਕੋਈ ਉਨਮਾਦ ਸਵਾਰ ਹੋ ਗਿਆ। ਉਹ ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਸਰੋਤੇ ਉਸ ਬਾਬਤ ਕੀ ਸੋਚ ਰਹੇ ਤੇ ਕੀ ਕਹਿ ਰਹੇ ਨੇ, ਉਸੇ ਤੇਜ਼ੀ ਨਾਲ ਬੋਲਦੀ ਗਈ, ਜਰਾ ਠਹਿਰੋ, ਰੌਲਾ ਬੰਦ ਕਰੋ ਤੇ ਮੇਰੀਆਂ ਥੋੜੀਆਂ ਜਿਹੀਆਂ ਗੱਲਾਂ ਹੋਰ ਸੁਣ ਲਓ। ਫਿਰ ਜੇ ਮੈਂ ਤੁਹਾਡੀਆਂ ਨਜ਼ਰਾਂ ਵਿੱਚ ਕਸੂਰਵਾਰ ਸਾਬਿਤ ਹੋਈ ਤਾਂ ਹੁਣੇ ਇਸੇ ਵੇਲੇ ਬੇਸ਼ੱਕ ਮੇਰੇ ਗਲ ਵਿੱਚ ਰੱਸੀ ਪਾ ਲੈਣੀ। ਜਰਾ ਕੁ ਰੁਕ ਕੇ ਬੋਲੀ, ਮੈਨੂੰ ਯਾਦ ਨਹੀਂ ਰਿਹਾ ਕਿ ਬੋਲ ਕੀ ਰਹੀ ਸਾਂ, ਕਿਉਂਕਿ ਮੈਂ ਤੁਹਾਡੇ ਵਿੱਚੋਂ ਕਈਆਂ ਵਾਂਗ ਆਪਣਾ ਬੋਲਣ ਵਾਲਾ ਮਜ਼ਮੂਨ ਘਰੋਂ ਯਾਦ ਕਰਕੇ ਨਹੀਂ ਲਿਆਈ। ਹਾਂ, ਆ ਗਿਆ ਚੇਤਾ। ਕਹਿ ਰਹੀ ਸਾਂ ਕਿ ਜੇ ਤੁਸੀਂ ਇਜਾਜ਼ਤ ਦਿਓ ਤਾਂ ਤੁਹਾਡੇ ਵਿੱਚੋਂ ਹੀ ਕੁਝ ਮੂੰਹ ਕਾਲੀਆਂ ਭੇਡਾਂ ਕੱਢ ਕੇ ਦਿਖਾ ਸਕਦੀ ਹਾਂ। ਦੱਸੋ ਕਿ ਤੁਹਾਡੀ ਇਹੋ ਖਾਹਿਸ਼ ਹੈ? ਬੇਸ਼ੱਕ, ਕਈ ਆਵਾਜ਼ਾਂ ਆਈਆਂ। ਸਭ ਤੋਂ ਬਹੁਤੇ ਜੋਸ਼ ਵਿੱਚ ਸ਼ੁਕਲ ਜੀ ਨੇ ਲਲਕਾਰਿਆ, ਅੱਵਲ ਤਾਂ ਮੇਰਾ ਵਿਸ਼ਵਾਸ ਹੈ ਕਿ ਮੇਰੇ ਗਰੀਬ ਖਾਨੇ ਵਿੱਚ ਪਧਾਰਨ ਵਾਲੇ ਸਾਰੇ ਸੱਜਣ ਬੜੇ ਉੱਚੇ ਅਖਲਾਕ ਦੇ ਮਾਲਕ ਨੇ। ਬੀਬੀ,
ਤੁਹਾਨੂੰ ਜੇ ਕਿਸੇ ਬਾਬਤ ਕੋਈ ਸ਼ਿਕਾਇਤ ਹੈ ਤਾਂ ਬਿਨਾਂ ਝਿਜਕ ਬਿਆਨ ਕਰੋ। ਸਭ ਤੋਂ ਪਹਿਲਾ ਆਦਮੀ ਮੈਂ ਹੋਵਾਂਗਾ ਜਿਹੜਾ ਤੁਹਾਡੇ ਪੱਖ ਵਿੱਚ ਹੋਵਾਂਗਾ। ਪੁੰਨਿਆ ਬੋਲੀ, ਖਿਮਾ ਕਰਨਾ ਸ਼ੁਕਲ ਜੀ, ਤੁਸੀਂ ਮੇਰੇ ਬਜ਼ੁਰਗ ਹੋ, ਮੈਂ ਸੁਭਾਵਕ ਬਾਅਦਬ ਤਬੀਅਤ ਦੀ ਹਾਂ, ਕਿਸੇ ਦੀ ਹੱਤਕ ਕਰਨਾ ਮੈਨੂੰ ਪਸੰਦ ਨਹੀਂ। ਚੰਗੀ ਬਾਅਦਬ? ਸਰੋਤਿਆਂ ਵਿੱਚੋਂ ਇੱਕ ਦਬਮੀ ਤੇ ਗੁੱਸੇ ਭਰੀ ਆਵਾਜ਼ ਸੁਣਾਈ ਦਿੱਤੀ। ਪਰ ਪੁੰਨਿਆ ਨੇ ਬਿਨਾਂ ਉਸ ਦਾ ਖਿਆਲ ਕੀਤਿਆਂ ਸ਼ੁਕਲ ਜੀ ਨੂੰ ਸੰਬੋਧਨ ਕਰਕੇ ਕਹਿਣਾ ਜਾਰੀ ਰੱਖਿਆ, ਆਪਣੀ ਤਕਰੀਰ ਦੇ ਛੇਕੜ ਵਿੱਚ ਤੁਸੀਂ ਰਫਿਊਜ਼ੀਆਂ ਦਾ ਜ਼ਿਕਰ ਕੀਤਾ ਸੀ। ਤੁਹਾਡੇ ਅਸਰ ਭਰੇ ਲੈਕਚਰ ਨੂੰ ਸੁਣ ਕੇ ਮੇਰਾ ਦਿਲ ਸ਼ਾਇਦ ਕੁਝ ਜ਼ਿਆਦਾ ਭੜਕ ਉੱਠਿਆ, ਕਿਉਂਕਿ ਮੈਂ ਖੁਦ ਇੱਕ ਰਫਿਊਜ਼ੀ ਹਾਂ। ਰਫਿਊਜ਼ੀਆਂ ਨੂੰ ਵਸਾਉਣ ਬਾਰੇ ਤੁਸੀਂ ਆਪਣੀ ਹਕੂਮਤ ਨੂੰ ਜਿਹੜੀ ਝਾੜ ਪਾਈ ਹੈ, ਇਸ ਵਿੱਚ ਕਿੰਨੀ ਸੱਚਾਈ ਤੇ ਕਿੰਨਾ ਠੋਸਪਨਾ ਹੈ। ਜਨਤਾ ਪਾਸ ਕੀਤੀ ਹੋਈ ਤੁਹਾਡੀ ਅਪੀਲ ਵੀ ਕਿੰਨੀ ਜ਼ਬਰਦਸਤ ਹੈ। ਦੇਸ਼ ਦੇ ਬੱਚੇ ਦਾ ਫਰਜ਼ ਹੈ ਕਿ ਆਪਣੇ ਸੁੱਖ ਆਰਾਮ ਨੂੰ ਕੁਰਬਾਨ ਕਰਕੇ ਦੁਖੀਆਂ ਦਾ ਦੁੱਖ ਵੰਡਾਣ। ਪੁੰਨਿਆ ਨੂੰ ਅਚਾਨਚਕ ਹੀ ਆਪਣੇ ਪੱਖ ਵਿੱਚ ਬੋਲਦੀ ਵੇਖ ਕੇ ਸ਼ੁਕਲ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਉਹ ਉਸ ਦੀ ਤਕਰੀਰ ਦੇ ਵਿਚਾਲਿਓਂ ਹੀ ਬੋਲ ਪਏ, ਕੁਮਾਰੀ ਪੁੰਨਿਆ ਦੇਵੀ ਦੇ ਖਿਆਲਾਂ ਨਾਲ ਮੈਂ ਸਹਿਮਤ ਹਾਂ। ਯਥਾਰਥ ਵਿੱਚ ਇਸ ਵੇਲੇ ਸ਼ਰਨਾਰਥੀਆਂ ਨੂੰ ਵਸਾਉਣ ਦਾ ਮਸਲਾ ਹੀ ਸਾਡੀ ਹਕੂਮਤ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਤੇ ਬੀਬੀ ਜੀ ਦਾ ਕਹਿਣਾ ਵੀ ਅਸੰਗਤ ਨਹੀਂ ਕਿ ਬਹੁਤ ਸਾਰੇ ਐਸੇ ਲੋਕ ਵੀ ਹਨ ਜਿਹੜੇ ਕੇਵਲ ਦਿਖਾਵੇ ਦੇ ਤੌਰ ਤੇ ਹੀ ਦੇਸ਼ ਭਗਤੀ ਤੇ ਸ਼ਰਨਾਰਥੀਆਂ ਨਾਲ ਫੋਕੀ ਹਮਦਰਦੀ ਦਰਸਾ ਕੇ ਮਗਰਮੱਛ ਵਾਲੇ ਅਥਰੂ ਵਹਾਉਂਦੇ ਰਹਿੰਦੇ ਹਨ। ਠੀਕ ਹੀ ਕਿਸੇ ਕਿਹਾ ਹੈ ਕਿ ਜਿਸ ਤਨ ਲਾਗੇ ਸੋਈ ਜਾਣੇ। ਬੀਬੀ ਜੀ ਕਿਉਂਕਿ ਮੁਸੀਬਤਾਂ ਦੀ ਚੱਕੀ ਵਿੱਚ ਖੁਦ ਪੀਠੇ ਜਾ ਚੁੱਕੇ ਨੇ, ਜਿਸ ਲਈ ਰਫਿਊਜ਼ੀਆਂ ਦੇ ਜਜ਼ਬਾਤ ਦੀ ਤਰਜਮਾਨੀ ਸਹੀ ਤੌਰ ਤੇ ਕਰ ਸਕਦੇ ਨੇ। ਪਰ ਮੈਂ ਇੱਕ ਵਾਰੀ ਫੇਰ ਆਪਣੇ ਲਫ਼ਜ਼ਾਂ ਨੂੰ ਦੁਹਰਾਉਂਦੀ ਹਾਂ, ਪੁੰਨਿਆ ਬੋਲੀ, ਕਿ ਇਸ ਵਿੱਚ ਨਾ ਤਾਂ ਹਕੂਮਤ ਦਾ ਉਹਨਾਂ ਕਸੂਰ ਹੈ, ਨਾ ਹੀ ਜਨਤਾ ਦਾ, ਜਿੰਨਾ ਸਭਨਾਂ ਲੋਕਾਂ ਵੱਲ ਉਂਗਲ ਕਰਕੇ ਤੁਸਾਂ ਲੋਕਾਂ ਦਾ, ਜਿਹੜੇ ਲੀਡਰੀ ਤੇ ਕਾਂਗਰਸ ਦੀ ਮੈਂਬਰੀ ਨੂੰ ਮਹਿਜ ਦੁਕਾਨਦਾਰੀ ਦੇ ਤੌਰ ਤੇ ਵਰਤਦੇ ਹੋ। ਮੈਂ ਕਹਿੰਦੀ ਹਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਰਫਿਊਜ਼ੀਆਂ ਲਈ ਹਮਦਰਦੀ ਦਾ ਲਫ਼ਜ਼ ਜ਼ੁਬਾਨ ਤੇ ਲਿਆਉਂਦਿਆਂ। ਮੈਨੂੰ ਜਰਾ ਦਿਖਾਓ ਕਿੱਥੇ ਹੈ ਤੁਹਾਡੀ ਹਮਦਰਦੀ? ਛੁੱਟ ਜ਼ਬਾਨੀ ਜਮਾ ਖਰਚ ਤੋਂ ਅਮਲੀ ਤੌਰ ਤੇ ਤੁਸਾਂ ਲੋਕਾਂ ਅੱਜ ਤੱਕ ਕੀ ਕੀਤਾ? ਮੇਰੇ ਵੱਲ ਦੇਖੋ, ਮੈਂ ਇੱਕ ਰਫਿਊਜ਼ੀ ਹਾਂ। ਆਪਣੇ ਵਤਨ ਵਿੱਚ ਮੈਂ 1.5 ਲੱਖ ਦੀ ਜਾਇਦਾਦ ਗਵਾ ਕੇ ਤੇ ਸਾਰਾ ਕੁਨਬਾ ਕਤਲ ਕਰਵਾ ਕੇ ਆਈ ਹਾਂ ਤੇ ਮੈਨੂੰ ਪਤਾ ਲੱਗਾ ਹੈ ਕਿ ਉਸੇ ਸ਼ਹਿਰ ਦਾ ਇੱਕ ਮੁਸਲਿਮ ਲੀਗੀ ਲੀਡਰ ਅੱਜ ਮੇਰੀ ਉਸੇ ਜਾਇਦਾਦ ਉੱਤੇ ਜੱਫਾ ਮਾਰੀ ਬੈਠਾ ਹੈ। ਇਹੋ ਜਿਹੀ ਇੱਕ ਨਹੀਂ ਹਜ਼ਾਰਾਂ ਮਿਸਾਲਾਂ ਮੌਜੂਦ ਨੇ। ਤੁਸੀਂ ਆਪਣੇ ਹੀ ਸ਼ਹਿਰ ਵੱਲ ਨਜ਼ਰ ਮਾਰੋ। ਇੱਥੋਂ ਦੇ ਮੁਸਲਮਾਨ ਹਜ਼ਾਰਾਂ ਮਕਾਨ, ਦੁਕਾਨਾਂ ਤੇ ਕਾਰਖਾਨੇ ਭਰੇ ਭਰਾਏ ਛੱਡ ਕੇ ਪਾਕਿਸਤਾਨ ਚਲੇ ਗਏ ਨੇ। ਮੈਂ ਤੁਸਾਂ ਦੇਸ਼ ਭਗਤਾਂ ਪਾਸੋਂ ਪੁੱਛਦੀ ਹਾਂ ਕਿ ਉਹਨਾਂ ਮਕਾਨਾਂ ਵਿੱਚੋਂ ਕਿੰਨੇ ਕੁ ਤੁਸਾਂ ਲੋਕਾਂ ਨੇ ਰਫਿਊਜ਼ੀਆਂ ਨੂੰ ਦਵਾਏ ਨੇ ਤੇ ਕਿੰਨਿਆਂ ਉੱਤੇ ਤੁਹਾਡੇ ਹੀ ਸ਼ਹਿਰ ਦੇ ਲੋਕ ਖੁਦ ਕਬਜ਼ਾ ਕਰੀ ਬੈਠੇ ਨੇ। ਬੇਸ਼ੱਕ ਇਹ ਸਖਤ ਨਿਆਏ ਹੈ। ਸ਼ੁਕਲ ਜੀ ਜਲਦੀ ਨਾਲ ਬੋਲ ਉੱਠੇ, ਤੇ ਮੈਂ ਸਮਝਦਾ ਹਾਂ ਐਸਾ ਆਮ ਹੋ ਰਿਹਾ ਹੈ ਹਿੰਦੁਸਤਾਨ ਵਿੱਚ ਵੀ ਤੇ ਪਾਕਿਸਤਾਨ ਵਿੱਚ ਵੀ, ਪਰ ਇਸ ਦੇ ਜ਼ਿੰਮੇਵਾਰ ਅਸੀਂ ਤਾਂ ਨਹੀਂ ਹਾਂ। ਪੁੰਨਿਆ ਬੋਲੀ, ਫਿਰ ਇਸ ਦਾ ਕੌਣ ਜ਼ਿੰਮੇਵਾਰ ਹੈ ਜਦ ਕਿ ਦੋਹਾਂ ਮੁਲਕਾਂ ਦੇ ਰਫਿਊਜ਼ੀਆਂ ਨਾਲ ਇੱਕੋ ਜਿਹਾ ਸਲੂਕ ਹੋ ਰਿਹਾ ਹੈ? ਜੇ ਕਿਸੇ ਪੁੰਨਿਆ ਦਾ ਮਕਾਨ ਸਰਗੋਦੇ ਵਿੱਚ ਰਹਿ ਗਿਆ ਤਾਂ ਉਸਨੂੰ ਕਿਸੇ ਸਥਾਨਕ ਹਾਜੀ ਸਾਹਿਬ ਨੇ ਮੱਲ ਲਿਆ। ਜੇ ਕਿਸੇ ਇਲਮਦੀਨ ਦਾ ਮਕਾਨ ਅੰਬਾਲੇ ਵਿੱਚ ਰਹਿ ਗਿਆ ਤਾਂ ਉਸਨੂੰ ਕਿਸੇ ਪੰਡਤ ਜਾਂ ਸਰਦਾਰ ਸਾਹਿਬ ਨੇ ਕਾਬੂ ਕਰ ਲਿਆ। ਮਾਰ ਤਾਂ ਦੋਹਾਂ ਮੁਲਕਾਂ ਦੇ ਰਫਿਊਜ਼ੀਆਂ ਉੱਤੇ ਹੀ ਪਈ। ਵੱਟੇ ਨੂੰ ਸਿਰ ਮਾਰੋ, ਭਾਵੇਂ ਸਿਰ ਨੂੰ ਵੱਟਾ ਮਾਰੋ, ਲਹੂ ਤਾਂ ਖੋਪਰੀ ਵਿੱਚੋਂ ਹੀ ਵਗਣਾ ਹੈ। ਤੁਸੀਂ ਲੋਕ ਜਿਹੜੇ ਫੜਾ ਮਾਰਨ ਲੱਗੇ ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦਿੰਦੇ ਹੋ, ਕਿਸੇ ਨੂੰ ਸੜੀ ਰੋਟੀ ਦਾ ਸਿੱਕੜ ਲਾ ਕੇ ਦੇਣ ਨੂੰ ਤਿਆਰ ਨਹੀਂ ਹੋ। ਜੇ ਤੁਹਾਡੇ ਵਿੱਚ ਰਫਿਊਜ਼ੀਆਂ ਲਈ ਇੰਨਾ ਹੀ ਦਇਆ ਦਾ ਜਜ਼ਬਾ ਹੁੰਦਾ ਤਾਂ ਕਿ ਤੁਸੀਂ ਲੋਕ ਵਿਚਾਰੇ ਰਫਿਊਜ਼ੀਆਂ ਲਈ ਕੋਈ ਅਮਲੀ ਕਦਮ ਨਾ ਉਠਾਉਂਦੇ? ਤੁਸੀਂ ਲੋਕ ਜੇ 1 ਸਾਲ ਲਈ ਆਪਣੀ ਆਮਦਨ ਦਾ ਚੌਥਾ ਹਿੱਸਾ ਵੀ ਰਫਿਊਜ਼ੀਆਂ ਦੀ ਸਹਾਇਤਾ ਲਈ ਵਕਫ ਕਰ ਦਿੰਦੇ ਤਾਂ ਇੱਕ ਵੀ ਰਫਿਊਜ਼ੀ ਇਸ ਤਰ੍ਹਾਂ ਮਾਰਿਆ ਨਾ ਫਿਰਦਾ। ਇਹੋ ਜਿਹੀਆਂ ਗੱਲਾਂ ਕਰਨੀਆਂ ਤਾਂ ਅੰਨੇ ਅੱਗੇ ਨੱਚਣਾ, ਬੋਲੇ ਅੱਗੇ ਰਾਗ ਵਾਲੀ ਗੱਲ ਹੈ। ਤੁਸੀਂ ਤਾਂ ਉਹਨਾਂ ਵਿਚਾਰਿਆਂ ਦੀ ਰਹਿੰਦੀ ਖੁੰਦੀ ਖੱਲ ਵੀ ਉਧੇੜਨ ਤੇ ਉਤਾਰੂ। ਗੱਲ ਟੋਕ ਕੇ ਸ਼ੁਕਲ ਜੀ ਗੁੱਸੇ ਵਿੱਚ ਬੋਲੇ, ਲੜਕੀ, ਮੈਨੂੰ ਅਫਸੋਸ ਹੈ ਕਿ ਤੂੰ ਇੱਕੋ ਰੱਸੇ ਸਾਰਿਆਂ ਨੂੰ ਫਾਹੇ ਦੇਈ ਜਾ ਰਹੀ ਹੈ। ਮੰਨਿਆ ਕਿ ਤੇਰਾ ਕਹਿਣਾ ਬਹੁਤ ਹੱਦ ਤੱਕ ਠੀਕ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਬੂਤ ਤੇ ਬਿਨਾਂ ਸੋਚੇ ਸਮਝੇ ਤੂੰ ਸਾਨੂੰ ਸਾਰਿਆਂ। ਪੁੰਨਿਆ ਬੇਸਬਰ ਹੋ ਕੇ ਵਿੱਚੋਂ ਹੀ ਬੋਲ ਪਈ, ਸ਼ੁਕਲ ਜੀ, ਮੈਂ ਬਿਨਾਂ ਸਬੂਤ ਜਾਂ ਬਿਨਾਂ ਸੋਚੇ ਸਮਝੇ ਕੁਝ ਨਹੀਂ ਕਹਿ ਰਹੀ। ਸਭ ਸੋਚ ਸਮਝ ਕੇ ਤੇ ਕਿਸੇ ਪੱਕੇ ਸਬੂਤ ਦੇ ਆਧਾਰ ਤੇ ਕਿਹਾ ਹੈ। ਇਸ ਤੋਂ ਪਹਿਲਾਂ ਕਿ ਆਪਣੀਆਂ ਦਲੀਲਾਂ ਦੇ ਹੱਕ ਵਿੱਚ ਕੋਈ ਸਬੂਤ ਪੇਸ਼ ਕਰਾਂ, ਮੈਂ ਤੁਹਾਡੇ ਉੱਤੇ ਇੱਕ ਸਵਾਲ ਕਰਨਾ ਚਾਹੁੰਦੀ ਹਾਂ। ਦੱਸੋ, ਦਿਓਗੇ ਜਵਾਬ? ਜ਼ਰੂਰ ਦਿਆਂਗਾ, ਸ਼ੁਕਲ ਜੀ ਨੇ ਪੂਰੇ ਦਬਕੇ ਵਿੱਚ ਕਿਹਾ। ਤਾਂ ਦੱਸੋ। ਪੁੰਨਿਆ ਉਸਦੀਆਂ ਅੱਖਾਂ ਵਿੱਚ ਅੱਖਾਂ ਕੱਢ ਕੇ ਬੋਲੀ, ਮੁਸਲਮਾਨ ਇਸ ਸ਼ਹਿਰ ਵਿੱਚ ਜਿੰਨੇ ਮਕਾਨ ਛੱਡ ਕੇ ਗਏ ਨੇ, ਕਾਨੂੰਨੀ ਜਾਂ ਅਖਲਾਕੀ ਤੌਰ ਤੇ ਉਹਨਾਂ ਮਕਾਨਾਂ ਉੱਤੇ ਕਿੰਨਾ ਲੋਕਾਂ ਦਾ ਹੱਕ ਹੈ? ਰਫਿਊਜ਼ੀਆਂ ਦਾ, ਸ਼ੁਕਲ ਜੀ ਨੇ ਜਵਾਬ ਦਿੱਤਾ। ਕਿਹੜੇ ਰਫਿਊਜ਼ੀਆਂ ਦਾ? ਜਿਹੜੇ ਪਾਕਿਸਤਾਨ ਵਿੱਚ ਉੱਜੜ ਕੇ ਆਏ ਨੇ। ਕੀ ਤੁਸੀਂ ਮੈਨੂੰ ਰਫਿਊਜ਼ੀ ਨਹੀਂ ਸਮਝਦੇ? ਕਿਉਂ ਨਹੀਂ ਸਮਝਦਾ, ਜਦਕਿ ਡਾਕਟਰ ਆਨੰਦ ਜੀ ਇਸ ਦੀ ਸ਼ਹਾਦਤ ਦੇ ਚੁੱਕੇ ਨੇ?
ਤਾਂ ਕਿ ਤੁਸੀਂ ਮੇਰਾ ਹੱਕ ਸਮਝੋਗੇ ਜੇ ਮੈਂ ਕਿਸੇ ਇਹੋ ਜਿਹੇ ਮਕਾਨ ਦਾ ਕਬਜ਼ਾ ਲੈਣ ਲਈ ਤੁਹਾਡੀ ਮਦਦ ਮੰਗਾ ਜਿਸ ਉੱਤੇ ਕਿਸੇ ਸਥਾਨਕ ਆਦਮੀ ਨੇ ਕਬਜ਼ਾ ਕੀਤਾ ਹੋਵੇ। ਕਿਉਂ ਨਹੀਂ, ਤੁਸੀਂ ਬਿਲਕੁਲ ਹੱਕ ਬਜ਼ਾਨਬ ਹੋਵੋਗੇ ਇਹ ਮੰਗ ਕਰਨ ਵਿੱਚ। ਮੈਂ ਸਭ ਤੋਂ ਪਹਿਲਾਂ ਆਦਮੀ ਹੋਵਾਂਗਾ ਜਿਹੜਾ ਤੁਹਾਡੀ ਮਦਦ ਕਰਾਂਗਾ। ਤਾਂ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਰਪਾ ਕਰਕੇ ਸਿਰਫ ਉਹੀ ਸਮਾਨ ਜਿਹੜਾ ਤੁਹਾਡਾ ਆਪਣਾ ਹੋਵੇ ਚੁੱਕ ਕੇ ਇਸ ਮਕਾਨ ਵਿੱਚੋਂ ਬਾਹਰ ਹੋ ਜਾਓ, ਕਿਉਂਕਿ ਇਸ ਉੱਤੇ ਮੇਰਾ ਹੱਕ ਹੈ। ਸ਼ੁਕਲ ਜੀ ਦੇ ਗਿੱਟੇ ਤੇ ਜਿਵੇਂ ਕਿਸੇ ਨੇ ਡਾਂਗ ਦਾ ਵਾਰ ਕਰ ਦਿੱਤਾ। ਉਹਨਾਂ ਪੂਰੀਆਂ ਅੱਖਾਂ ਉਘੇੜ ਕੇ ਇੱਕ ਵਾਰੀ ਸਿਰ ਤੋਂ ਪੈਰਾਂ ਤੱਕ ਪੁੰਨਿਆ ਵੱਲ ਤੱਕਿਆ ਤੇ ਬੋਲੇ, ਇਸ ਦਾ ਮਤਲਬ ਵੀ ਦੱਸਣਾ ਪਵੇਗਾ? ਹਾਂ ਦੱਸੋ। ਤਾਂ ਸੁਣੋ। ਅਗਲਾ ਬਿਆਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਤਾਕਤ ਨੂੰ ਜਾਂਚਦੀ ਹੋਈ ਪੁੰਨਿਆ ਬੋਲੀ, ਸ਼੍ਰੀਮਾਨ ਜੀ, ਇਹ ਮਕਾਨ ਜਿਸ ਵਿੱਚ ਤੁਸੀਂ ਰਹਿੰਦੇ ਹੋ, ਆਪਣੇ ਰਿਫਿਊਜੀ ਭਰਾਵਾਂ ਦੇ ਗਮ ਵਿੱਚ ਸੁੱਕਦੇ ਜਾ ਰਹੇ ਹੋ, ਇਹ ਇੱਕ ਮੁਸਲਮਾਨ ਦਾ ਛੱਡਿਆ ਹੋਇਆ ਹੈ। ਕੀ ਇਹ ਸੱਚ ਹੈ? ਸਾਰਾ ਮਜਬਾ ਬੌਂਦਣੀ ਅੱਖਾਂ ਨਾਲ ਪੁੰਨਿਆ ਵੱਲ ਤੱਕ ਰਿਹਾ ਸੀ। ਸ਼ੁਕਲ ਜੀ ਨੂੰ ਇਹੋ ਜਾਪਦਾ ਸੀ ਜਿਵੇਂ ਪੁੰਨਿਆ ਦਾ ਦੂਸਰਾ ਵਾਕ ਐਟਮ ਬੰਬ ਬਣ ਕੇ ਉਸਦੇ ਸਿਰ ਤੇ ਡਿੱਗਾ। ਪੁੰਨਿਆ ਨੇ ਫਿਰ ਕਹਿਣਾ ਸ਼ੁਰੂ ਕੀਤਾ, ਘਬਰਾਓ ਨਾ ਪੰਡਤ ਜੀ, ਤੁਸੀਂ ਇਹ ਕੰਮ ਕੋਈ ਅਲੰਕਾਰ ਨਹੀਂ ਕੀਤਾ। ਇਹ ਜਿਹੜੇ ਆਦਮੀ ਤੁਹਾਡੇ ਸਾਹਮਣੇ ਤੇ ਸੱਜੇ ਖੱਬੇ ਮੌਜੂਦ ਨੇ, ਇਹਨਾਂ ਪਾਸੋਂ ਬਿਲਕੁਲ ਨਾ ਡਰੋ, ਕਿਉਂਕਿ ਇਹ ਤਕਰੀਬਨ ਸਾਰੇ ਹੀ ਆਪੋ ਆਪਣੇ ਥਾਂ ਉਹੀ ਕੁਝ ਨੇ ਜੋ ਤੁਸੀਂ ਹੋ। ਸਰੋਤਿਆਂ ਉੱਤੇ ਮੌਤ ਵਰਗੀ ਖਾਮੋਸ਼ੀ ਛਾ ਗਈ। ਆਪਣੀ ਤਾਕਤ ਨੂੰ ਵਟੋਲ ਕੇ ਸ਼ੁਕਲ ਜੀ ਬੋਲੇ, ਬਿਲਕੁਲ ਗਲਤ ਹੈ, ਤੁਸੀਂ ਮੇਰੇ ਉੱਤੇ ਝੂਠਾ ਦੋਸ਼ ਲਾ ਰਹੇ ਹੋ, ਤੁਹਾਨੂੰ ਇਸ ਦਾ ਸਬੂਤ ਦੇਣਾ ਪਵੇਗਾ। ਬੇਸ਼ੱਕ, ਪੁੰਨਿਆ ਬੋਲੀ, ਪਰ ਸਬੂਤ ਦੇਣ ਤੋਂ ਪਹਿਲਾਂ ਮੈਂ ਇਸ ਦੋਸ਼ ਦਾ ਜਿਸ ਨੂੰ ਤੁਸੀਂ ਝੂਠਾ ਕਿਹਾ ਹੈ ਬਾਕੀ ਹਿੱਸਾ ਵੀ ਮੁਕੰਮਲ ਤੌਰ ਤੇ ਬਿਆਨ ਕਰ ਲਵਾਂ। ਇਸ ਮਕਾਨ ਤੋਂ ਛੁੱਟ ਜੇ ਮੈਂ ਭੁੱਲਦੀ ਨਹੀਂ ਤਾਂ ਤੁਸੀਂ ਇੱਕ ਪ੍ਰੈਸ ਵੀ ਅਲਾਟ ਕਰਾਇਆ ਹੋਇਆ ਹੈ। ਕੀ ਇਹ ਠੀਕ ਹੈ? ਬਿਲਕੁਲ ਨਹੀਂ, ਖੰਗੂਰਾ ਮਾਰ ਕੇ ਸ਼ੁਕਲ ਜੀ ਬੋਲੇ, ਮੈਂ ਨਾ ਕੋਈ ਮਕਾਨ ਨਾ ਕੋਈ ਪ੍ਰੈਸ ਅਲਾਟ ਕਰਾਇਆ ਹੈ। ਈਚਰ ਨੂੰ ਲਾਲਾ ਸਾਗਰ ਚੰਦ ਸੋਨੀ, ਜਿਹੜਾ ਇੱਕ ਟਰਾਂਸਪੋਰਟ ਕੰਪਨੀ ਦਾ ਮਾਲਕ ਤੇ ਉੱਘਾ ਕਾਂਗਰਸੀ ਸੀ, ਬੋਲ ਉੱਠਿਆ, ਬੀਬੀ ਜੀ, ਇੱਕ ਭਲੇ ਆਦਮੀ ਉੱਤੇ ਇਤਨਾ ਸਖਤ ਇਲਜ਼ਾਮ ਲਾ ਕੇ ਤੁਸੀਂ ਗਲਤੀ ਕੀਤੀ ਹੈ। ਤੁਹਾਨੂੰ ਸ਼ੁਕਲ ਜੀ ਪਾਸੋਂ ਮਾਫੀ ਮੰਗਣੀ ਪਵੇਗੀ। ਮੁਆਫੀ ਦਾ ਮਤਲਬ ਕੋਲੋਂ ਸ਼੍ਰੀ ਅਰੋੜਾ ਜੀ ਬੋਲੇ, ਸ਼ੁਕਲ ਜੀ ਇੱਕ ਜ਼ਿੰਮੇਵਾਰ ਵਿਅਕਤੀ ਨੇ, ਉਹਨਾਂ ਦੀ ਭਰੇ ਮਜਮੇ ਵਿੱਚ ਹਕਤ ਕੀਤੀ ਗਈ ਹੈ। ਇਸ ਬੀਬੀ ਦੇ ਖਿਲਾਫ ਅਦਾਲਤੀ ਕਾਰਵਾਈ ਕਰਨੀ ਚਾਹੀਦੀ ਹੈ। ਸਿਰਫ ਸ਼ੁਕਲ ਜੀ ਹੋਰਾਂ ਦੀ ਹੀ ਨਹੀਂ, ਇਹਨਾਂ ਨੇ ਸਾਰੇ ਸੱਜਣਾਂ ਦੀ ਇਨਸਲਟ ਕੀਤੀ ਹੈ। ਸਭਨਾਂ ਦਾ ਖਿਆਲ ਸੀ ਕਿ ਇਸ ਫਿਟਕਾਰ ਤੋਂ ਪੁੰਨਿਆ ਘਬਰਾ ਜਾਵੇਗੀ, ਪਰ ਉਸ ਦੀ ਅਡੋਲਤਾ ਵਿੱਚ ਨਾ ਮਾਤਰ ਵੀ ਫਰਕ ਨਾ ਆਇਆ ਤੇ ਉਸੇ ਗੰਭੀਰ ਪਰ ਜੋਸ਼ੀਲੇ ਰੌ ਵਿੱਚ ਬੋਲੀ, ਮੈਂ ਪਹਿਲਾਂ ਹੀ ਅਰਜ਼ ਕਰ ਚੁੱਕੀ ਹਾਂ ਕਿ ਜੇ ਮੇਰੀ ਕੋਈ ਵੀ ਗੱਲ ਗਲਤ ਸਾਬਿਤ ਹੋਵੇਗੀ ਤਾਂ ਮੈਂ ਆਪਣੇ ਗਲ ਵਿੱਚ ਆਪ ਰੱਸਾ ਪਾ ਕੇ ਉਸ ਦਾ ਸਿਰਾ ਤੁਹਾਡੇ ਹੱਥ ਫੜਾ ਦਿਆਂਗੀ। ਮੈਂ ਇਸ ਵੇਲੇ ਤੁਹਾਡੇ ਵਿੱਚੋਂ ਬਹੁਤਿਆਂ ਦੇ ਚਿਹਰਿਆਂ ਉੱਤੇ ਹਵਾਈਆਂ ਉੱਡਦੀਆਂ ਵੇਖ ਰਹੀ ਹਾਂ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਹੁਤੇ ਘਬਰਾਉਣ ਵਾਲੇ ਹੀ ਬਹੁਤੇ ਦਮਗਜ਼ੇ ਮਾਰ ਰਹੇ ਨੇ। ਫਿਰ ਵੀ ਮੈਂ ਉਹਨਾਂ ਨੂੰ ਯਕੀਨ ਦਿਵਾ ਦਿਆਂ ਕਿ ਉਹਨਾਂ ਦੇ ਗਲ ਵਿੱਚ ਕਾਨੂੰਨ ਦੀ ਰੱਸੀ ਪਾ ਕੇ ਉਹਨਾਂ ਨੂੰ ਅਦਾਲਤ ਵਿੱਚ ਜਲੀਲ ਕਰਨ ਦਾ ਮੇਰਾ ਮਨਸ਼ਾ ਨਹੀਂ। ਜੋ ਸ਼ਰੀਫਾਂ ਵਾਂਗੂ ਆਪੋ ਆਪਣੀਆਂ ਗਲਤੀਆਂ ਨੂੰ ਮੰਨ ਕੇ ਅੱਗੇ ਲਈ ਤੌਬਾ ਕਰਨ। ਹਾਂ, ਮੈਂ ਸ਼੍ਰੀ ਸ਼ੁਕਲ ਜੀ ਦੇ ਬਾਰੇ ਕੀ ਕਹਿ ਰਹੀ ਸਾਂ? ਸ਼੍ਰੀਮਾਨ ਜੀ, ਤੁਸਾਂ ਕਿਹਾ ਹੈ ਨਾ ਕਿ ਤੁਸਾਂ ਕੋਈ ਮਕਾਨ ਅਲਾਟ ਕਰਾਇਆ ਹੈ, ਨਾ ਹੀ ਪ੍ਰੈਸ। ਕੀ ਮੈਂ ਇੰਨੀ ਗੱਲ ਆਪ ਜੀ ਪਾਸੋਂ ਪੁੱਛ ਸਕਦੀ ਹਾਂ ਕਿ ਇਹ ਮਕਾਨ ਤੁਸਾਂ ਕਿਹੜੇ ਸਾਲ ਬਣਵਾਇਆ ਸੀ ਤੇ ਪ੍ਰੈਸ ਵਿੱਚ ਲੱਗੀਆਂ ਹੋਈਆਂ ਮਸ਼ੀਨਾਂ ਤੇ ਹੋਰ ਸਮਾਨ ਤੁਸਾਂ ਕਿੱਥੋਂ ਖਰੀਦਿਆ ਸੀ? ਸਖਤ ਝੁੰਝਲਾਹਟ ਦੀ ਹਾਲਤ ਵਿੱਚ ਸ਼ੁਕਲ ਜੀ ਬੋਲੇ, ਲੜਕੀ, ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਉੱਤੇ ਇਹੋ ਜਿਹੇ ਸਵਾਲ ਕਰਨ ਦਾ ਤੈਨੂੰ ਕੀ ਹੱਕ ਹੈ ਤੇ ਮੇਰੇ ਲਈ ਕਿਉਂ ਜ਼ਰੂਰੀ ਹੈ ਜੋ ਤੇਰੇ ਇਹਨਾਂ ਊਲ-ਜਲੂਲ ਸਵਾਲਾਂ ਦਾ ਜਵਾਬ ਦਿਆਂ। ਤਾਂ ਮੈਂ ਖਿਮਾ ਮੰਗਦੀ ਹਾਂ, ਪੁੰਨਿਆ ਹਾਸੇ ਭਰੀ ਗੰਭੀਰਤਾ ਵਿੱਚ ਬੋਲੀ, ਜੇ ਮੈਨੂੰ ਇਹਨਾਂ ਗੱਲਾਂ ਦੇ ਪੁੱਛਣ ਦਾ ਕੋਈ ਹੱਕ ਨਹੀਂ ਤਾਂ ਚੰਗੀ ਗੱਲ ਹੈ। ਭਲਕੇ ਜਾਂ ਪਰਸੋਂ ਜਦ ਅਦਾਲਤ ਤੁਹਾਡੇ ਪਾਸੋਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਮੰਗੇਗੀ ਤਾਂ ਮੇਰਾ ਖਿਆਲ ਹੈ ਫਿਰ ਤਾਂ ਤੁਹਾਨੂੰ ਜਵਾਬ ਦੇਣ ਵਿੱਚ ਇਨਕਾਰ ਨਹੀਂ ਹੋਵੇਗਾ। ਪਰ ਕੀ ਮੈਂ ਪੁੱਛ ਸਕਦਾ ਹਾਂ? ਲਾਲਾ ਸ਼ਗੁਨ ਚੰਦ ਭੱਲਾ ਬੋਲੇ, ਬੀਬੀ ਜੀ, ਤੁਸਾਂ ਇਸ ਤਫਤੀਸ਼ ਬਾਰੇ ਸਰਕਾਰੀ ਲਾਇਸੈਂਸ ਕਾਹਤੋਂ ਹਾਸਲ ਕੀਤਾ ਹੈ? ਐਤਕੀ ਪੁੰਨਿਆ ਦਾ ਗੁੱਸਾ ਪ੍ਰਗਟ ਦਿਸਿਆ ਤੇ ਉਸਨੇ ਸ਼ਗੁਨ ਚੰਦ ਨੂੰ ਸੰਬੋਧਨ ਕੀਤਾ, ਮੁਆਫ ਕਰਨਾ, ਚੋਰ ਨੂੰ ਫੜਨ ਲਈ ਬੇਸ਼ੱਕ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ, ਪਰ ਚੋਰ ਨੂੰ ਫੜਾਉਣ ਲਈ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ। ਮੈਂ ਪ੍ਰੋਟੈਸਟ ਕਰਦਾ ਹਾਂ। ਸਰਦਾਰ ਰਣਬੀਰ ਸਿੰਘ ਚੋਪੜਾ, ਜਿਸਨੇ ਹੁਣ ਤੱਕ ਵਾਰਤਾਲਾਪ ਵਿੱਚ ਹਿੱਸਾ ਨਹੀਂ ਸੀ ਲਿਆ, ਬੋਲਿਆ, ਸਾਡੇ ਮੁਖੀ ਨੂੰ ਚੋਰ ਕਹਿ ਕੇ ਮੁਖਾਤਿਬ ਕੀਤਾ ਜਾ ਰਿਹਾ ਹੈ। ਕੁਮਾਰੀ ਪੁੰਨਿਆ ਨੂੰ ਇਹ ਲਫ਼ਜ਼ ਵਾਪਸ ਲੈਣੇ ਪੈਣਗੇ ਤੇ ਮੈਂ ਚੋਰ ਤੋਂ ਛੁੱਟ। ਪੁੰਨਿਆ ਬੋਲੀ, ਸ਼ੁਕਲ ਜੀ ਨੂੰ ਹੋਰ ਵੀ ਬਹੁਤ ਕੁਝ ਸਾਬਿਤ ਕਰ ਸਕਦੀ ਹਾਂ, ਧੋਖੇਬਾਜ਼, ਪਖੰਡੀ, ਜ਼ਾਲਮ ਤੇ ਬਸ। ਸ਼ੁਕਲ ਜੀ ਤੜਫੇ, ਗੁਸਤਾਖ ਲੜਕੀ, ਮੈਂ ਤੇਰੀਆਂ ਚੋਭਾਂ ਸਹਿੰਦਾ ਜ਼ਖਮੀ ਹੋ ਗਿਆ ਹਾਂ। ਤੈਨੂੰ ਪੂਰੀ ਖੁੱਲ੍ਹ ਦਿੰਦਾ ਹਾਂ ਕਿ ਮੇਰੇ ਖਿਲਾਫ ਜੋ ਵੀ ਸਬੂਤ ਤੇਰੇ ਕੋਲ ਹੋਵੇ ਹੁਣੇ ਇਸੇ ਵੇਲੇ ਪੇਸ਼ ਕਰ, ਨਹੀਂ ਤਾਂ ਹਾਜ਼ਰ ਹੈ। ਪੁੰਨਿਆ ਨੇ ਉਸ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਹੱਥ ਵਿੱਚ ਫੜੇ ਹੋਏ
ਛੋਟੇ ਜਿਹੇ ਪਰਸ ਦੇ ਕਲਿੱਪ ਖੋਲ੍ਹਣੇ ਸ਼ੁਰੂ ਕਰ ਦਿੱਤੇ ਤੇ ਨਾਲੇ ਕਹਿੰਦੀ ਗਈ, ਇਹ ਮੈਂ ਜਾਣਦੀ ਹਾਂ ਕਿ ਮਕਾਨ ਤੇ ਪ੍ਰੈਸ ਤੁਸਾਂ ਪਹਿਲਾਂ ਆਪਣੇ ਨਾਂ ਕਰਾਏ ਹੋਏ ਸਨ, ਪਰ ਇਹਨਾਂ ਦੀ ਮਨਸੂਖੀ ਤੋਂ ਬਾਅਦ ਜਦ ਤੁਹਾਨੂੰ ਪਤਾ ਲੱਗਾ ਕਿ ਸਰਕਾਰੀ ਹੁਕਮ ਅਨੁਸਾਰ ਹੀ ਕਿਸੇ ਰਿਫਿਊਜੀ ਦੇ ਨਾਂ ਹੀ ਅਲਾਟ ਹੋ ਸਕਦੇ ਹਨ, ਤਾਂ ਤੁਸਾਂ ਇੱਕ ਰਿਫਿਊਜੀ ਨੌਜਵਾਨ ਜਿਹੜਾ ਤੁਹਾਡੇ ਪ੍ਰੈਸ ਵਿੱਚ ਕੰਮ ਕਰਦਾ ਹੈ ਇਸ ਕੰਮ ਲਈ ਤਿਆਰ ਕੀਤਾ ਤੇ ਉਸਦੇ ਨਾਂ ਇਹ ਦੋਵੇਂ ਚੀਜ਼ਾਂ ਤੁਸਾਂ ਅਲਾਟ ਕਰਵਾਈਆਂ। ਮੁੰਡੇ ਨੂੰ ਕਾਬੂ ਵਿੱਚ ਰੱਖਣ ਲਈ ਤੁਸਾਂ ਉਸਨੂੰ ਥੋੜੀ ਜਿੰਨੀ ਤਰੱਕੀ ਤੇ ਥੋੜਾ ਜਿੰਨਾ ਇਨਾਮ ਦੇ ਕੇ ਟਰਕਾ ਛੱਡਿਆ, ਪਰ ਜਦੋਂ ਬਾਅਦ ਵਿੱਚ ਤੁਹਾਨੂੰ ਮੁੰਡੇ ਬਾਬਤ ਫਿਕਰ ਪਿਆ ਕਿ ਉਹ ਤੁਹਾਡੇ ਹੱਥਾਂ ਵਿੱਚੋਂ ਨਿਕਲ ਨਾ ਜਾਵੇ ਤਾਂ ਉਸਨੂੰ ਮੁਤਬੰਨਾ ਬਣਾਉਣ ਦੇ ਲੋਭ ਵਿੱਚ ਫਸਾ ਲਿਆ। ਮੁੰਡਾ ਬਿਲਕੁਲ ਭੋਲਾ ਅਲੜ ਸੀ, ਇਸ ਲਈ ਜੋ ਤੁਸੀਂ ਕਹੀ ਗਏ ਉਹ ਮੰਨਦਾ ਗਿਆ, ਪਰ ਇੱਥੇ ਆ ਕੇ ਤੁਹਾਥੋਂ ਇੱਕ ਭੁੱਲ ਹੋ ਗਈ। ਤੁਸਾਂ ਤਸਵੀਰ ਦਾ ਸਿਰਫ ਇੱਕ ਰੁੱਖ ਵੇਖਿਆ, ਦੂਜਾ ਵੇਖਣ ਦੀ ਕੋਸ਼ਿਸ਼ ਨਾ ਕੀਤੀ। ਤੁਹਾਨੂੰ ਇਹ ਵੀ ਸੋਚ ਲੈਣਾ ਚਾਹੀਦਾ ਸੀ ਕਿ ਇਹੋ ਜਿਹਾ ਭੋਲਾ ਮੁੰਡਾ ਜੇ ਤੁਹਾਡੇ ਕਾਬੂ ਆ ਸਕਦਾ ਹੈ ਤਾਂ ਕਿਸੇ ਹੋਰ ਦੇ ਕਾਬੂ ਵੀ ਤਾਂ ਆ ਸਕਦਾ ਸੀ। ਕੀ ਤੁਹਾਡਾ ਖਿਆਲ ਸੀ ਐਡੇ ਵੱਡੇ ਭੇਤ ਨੂੰ ਤੁਹਾਡਾ ਉਹ ਬਨਾਵਟੀ ਮੁਤਬੰਨਾ ਅਖੀਰ ਤੱਕ ਲੁਕਾਈ ਰੱਖ ਸਕੇਗਾ, ਭਾਵੇਂ ਕਿ ਉਸਦੇ ਸਿਰ ਤੇ ਗੀਤਾ ਤੱਕ ਰਖਵਾ ਕੇ ਸਹੁੰਆਂ ਪਾਈਆਂ ਸਨ? ਫਿਰ ਤੁਸੀਂ ਇਤਨੇ ਮਤਲਬੀ ਨਿਕਲੇ ਕਿ ਜੇ ਉਹ ਥੋੜੀ ਜਿੰਨੀ ਹੋਰ ਰਕਮ ਮੰਗਣ ਲਈ ਤੁਹਾਡੇ ਪਾਸ ਆਇਆ ਤਾਂ ਤੁਸਾਂ ਉਸਨੂੰ ਗੱਲਾਂ ਵਿੱਚ ਹੀ ਟਰਕਾ ਦਿੱਤਾ। ਤੁਹਾਨੂੰ ਚਾਹੀਦਾ ਸੀ ਜਿੱਥੇ ਲੱਖ ਰੁਪਏ ਦੀ ਚੀਜ਼ ਉਸਨੇ ਤੁਹਾਡੇ ਕਬਜ਼ੇ ਵਿੱਚ ਦਵਾਈ ਸੀ ਉੱਥੇ ਥੋੜੀ ਜਿਹੀ ਖੁੱਲ੍ਹ ਦਿਲੀ ਵਰਤਦੇ ਤੇ ਪਹਿਲੇ 600 ਤੋਂ ਬਾਅਦ ਹੋਰ 200-400 ਉਹਨਾਂ ਨੂੰ ਦੇ ਛੱਡਦੇ। ਫਿਰ ਵੀ ਤੁਸੀਂ ਉਸ ਪਾਸੋਂ ਇਹੋ ਆਸ ਰੱਖੀ ਬੈਠੇ ਹੋ ਕਿ ਉਹ ਤੁਹਾਡਾ ਹਮੇਸ਼ਾ ਲਈ ਵਫਾਦਾਰ ਬਣਿਆ ਰਹੇਗਾ। ਭਲਾ ਤੁਸੀਂ ਆਪ ਹੀ ਸੋਚੋ ਕਿ ਕੱਲ ਜਿਸ ਨੂੰ ਤੁਸੀਂ ਸਭ ਕੁਝ ਅਰਪਣ ਕਰ ਰਹੇ ਸੀ, ਅੱਜ ਜੇ ਉਸਨੂੰ 4 ਪੈਸਿਆਂ ਦੀ ਲੋੜ ਪਈ ਤਾਂ ਝੱਟ ਹੀ ਤੁਸੀਂ ਤੋਤਾ ਚਿਸ਼ਮ ਹੋ ਗਏ। ਕਿ ਉਸਨੂੰ ਤੁਹਾਡੀ ਨੀਤ ਤੇ ਸ਼ੱਕ ਨਾ ਪੈਂਦਾ? ਮੈਂ ਸਮਝਦੀ ਹਾਂ ਇਹੋ ਤੁਹਾਡੀ ਸਭ ਤੋਂ ਵੱਡੀ ਭੁੱਲ ਸੀ। ਜਰਾ ਕੁ ਰੋਕੇ ਪੁੰਨਿਆ ਫਿਰ ਬੋਲੀ, ਲੋ ਹੁਣ ਦੱਸੋ ਸ਼ੁਕਲ ਜੀ ਕਿ ਮੈਂ ਇਸ ਵਿੱਚ ਕਿੰਨੀ ਕੁ ਅਤਕਥਨੀ ਕੀਤੀ ਹੈ। ਮੇਰਾ ਖਿਆਲ ਹੈ ਜੇ ਹਜੇ ਵੀ ਤੁਸੀਂ ਆਪਣੀ ਜਿੱਦ ਤੇ ਅੜ ਰਹੇ ਹੋ ਤਾਂ ਮੈਂ ਹੋਰ ਵੀ ਸਬੂਤ ਪੇਸ਼ ਕਰ ਸਕਦੀ ਹਾਂ। ਇਹ ਵੇਖੋ ਮੇਰੀ ਮੁੱਠੀ ਵਿੱਚ ਜੇ। ਸ਼ੁਕਲ ਜੀ ਦੀਆਂ ਅੱਖ ਪੁਤਲੀਆਂ ਵਿੱਚ ਹਰਕਤ ਨਾ ਨੂੰ ਵੀ ਨਹੀਂ ਸੀ। ਉਹਨਾਂ ਦੇ ਬੁੱਲਾਂ ਤੇ ਪੇਪੜੀ ਵੱਜਦੀ ਜਾਂਦੀ ਸੀ। ਪੁੰਨਿਆ ਦੇ ਚੁੱਪ ਹੋ ਜਾਣ ਤੋਂ ਬਾਅਦ ਸਭ ਦਾ ਖਿਆਲ ਸੀ ਕਿ ਜਵਾਬ ਵਿੱਚ ਸ਼ੁਕਲ ਜੀ ਕੁਝ ਨਾ ਕੁਝ ਜ਼ਰੂਰ ਕਹਿਣਗੇ, ਪਰ ਉਹ ਛੋਟੇ 1-2 ਵਾਰੀ ਐਮ ਕਰਕੇ ਖੁੰਘਾਰੇ ਮਾਰਨ ਦੇ ਕੁਝ ਵੀ ਨਾ ਬੋਲ ਸਕੇ। ਪੱਖਾ ਭਾਵੇਂ ਪੂਰੀ ਸਪੀਡ ਨਾਲ ਚੱਲ ਰਿਹਾ ਸੀ, ਫਿਰ ਵੀ ਉਹਨਾਂ ਦੇ ਮੱਥੇ ਤੇ ਪਸੀਨੇ ਦੇ ਕਤਰੇ ਦਿਖਾਈ ਦੇਣ ਲੱਗ ਪਏ। ਕੀ ਇਹ ਕਾਗਜ਼ ਤੁਹਾਡੇ ਹੱਥ ਦਾ ਲਿਖਿਆ ਹੋਇਆ ਹੈ? ਮੁੱਠ ਚੋਂ ਇੱਕ ਛੋਟਾ ਜਿਹਾ ਪੁਰਜਾ ਕੱਢ ਕੇ ਪੁੰਨਿਆ ਨੇ ਫੁਲਾਉਂਦਿਆਂ ਹੋਇਆ ਸ਼ੁਕਲ ਜੀ ਦੇ ਸਾਹਮਣੇ ਕੀਤਾ ਤੇ ਕਹਿਣ ਲੱਗੀ, ਜੇ ਕਹੋ ਤਾਂ ਪੜ੍ਹ ਕੇ ਸੁਣਾ ਦਿਆਂ। ਸ਼ੁਕਲ ਜੀ ਨੇ ਤਾਂ ਕੋਈ ਜਵਾਬ ਨਾ ਦਿੱਤਾ, ਪਰ ਬਾਕੀ ਸਰੋਤਿਆਂ ਵਿੱਚੋਂ 2-3 ਆਵਾਜ਼ਾਂ ਆਈਆਂ, ਸੁਣਾ ਦਿਓ, ਜ਼ਰੂਰ ਸੁਣਾਓ। ਸੁਣਾਉਣ ਤੋਂ ਪਹਿਲਾਂ ਪੁੰਨਿਆ ਨੇ ਉਸ ਕਾਗਜ਼ ਬਾਰੇ ਭੂਮਿਕਾ ਸ਼ੁਰੂ ਕੀਤੀ ਤੇ ਆਪਣਾ ਰੁਖ ਉਸਨੇ ਸ਼ੁਕਲ ਜੀ ਵੱਲੋਂ ਹਟਾ ਕੇ ਬਾਕੀਆਂ ਵੱਲ ਕਰ ਲਿਆ। ਇਹ ਉਸ ਸਮਾਨ ਦੀ ਲਿਸਟ ਹੈ ਜਿਹੜਾ ਸ਼ੁਕਲ ਜੀ ਨੂੰ ਪ੍ਰੈਸ ਤੇ ਮਕਾਨ ਵਿੱਚੋਂ ਪ੍ਰਾਪਤ ਹੋਇਆ ਸੀ। ਇਸ ਕਾਗਜ਼ ਉੱਤੇ ਲਿਖਿਆ ਹੋਇਆ ਹੈ, ਪ੍ਰੈਸ ਵਿੱਚੋਂ 3 ਪ੍ਰਿੰਟਿੰਗ ਮਸ਼ੀਨਾਂ 25,000, ਕਟਿੰਗ, ਪਰਫੈਕਟਿੰਗ, ਰੂਲਿੰਗ ਤੇ ਸਟਿਚਿੰਗ ਮਸ਼ੀਨਾਂ ਤੇ ਹੈਡ ਪ੍ਰੈਸ 5,000, ਟਾਈਪ 5,000, ਫੁਟਕਲ ਸਮਾਨ ਤੇ ਕਾਗਜ਼ 10,000, ਜੋੜ 45,000, ਘਰ ਦਾ ਸਮਾਨ ਜੋ ਪ੍ਰਾਪਤ ਹੋਇਆ ਕੁੱਲ ਜੋੜ 75,000। ਪੜ੍ਹਦੀ ਅਖੀਰ ਪੁੰਨਿਆ ਉਸ ਛੇਕੜਲੇ ਪੈਰੇ ਤੇ ਜਾ ਪਹੁੰਚੀ ਜਿੱਥੇ ਨਵਲ ਕਿਸ਼ੋਰ ਨੂੰ ਦਿੱਤੇ ਤੇ ਦੇਣ ਵਾਲੇ ਖਰਚਾਂ ਦਾ ਜ਼ਿਕਰ ਸੀ। ਹੁਣ ਜੇ ਮੈਂ ਸ਼੍ਰੀਮਾਨ ਸ਼ੁਕਲ ਜੀ ਪਾਸੋਂ ਪੁੱਛਦੀ ਹਾਂ, ਪੁੰਨਿਆ ਉਸ ਕਾਗਜ਼ ਨੂੰ ਮੋੜ ਕੇ ਪਰਸ ਵਿੱਚ ਬੰਦ ਕਰਦੀ ਹੋਈ ਬੋਲੀ, ਕੀ ਇਹ ਪੁਰਜਾ ਉਹਨਾਂ ਦੇ ਹੀ ਹੱਥ ਦਾ ਲਿਖਿਆ ਹੋਇਆ ਹੈ? ਜੇ ਉਹਨਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਫਿਰ ਉਹ ਕਿਰਪਾ ਕਰਕੇ ਦੱਸਣ ਕਿ ਸੱਚਮੁੱਚ ਇੰਨਾ ਮਾਲ ਉਹਨਾਂ ਨੂੰ ਪ੍ਰਾਪਤ ਹੋਇਆ। ਮੇਰਾ ਖਿਆਲ ਹੈ ਆਪ ਨੇ ਇਹ ਗੱਲ ਸਵੀਕਾਰ ਨਹੀਂ ਕਰਨੀ, ਕਿਉਂਕਿ ਸਵੀਕਾਰ ਕਰਨ ਦਾ ਮਤਲਬ ਸਾਫ਼ ਹੈ ਕਿ ਅੱਗੇ ਤਾਂ ਆਪ ਨੇ ਦੇਸ਼ ਸੇਵਾ ਲਈ ਕਈ ਵਾਰੀ ਜੇਲ੍ਹ ਵਾਸ ਅਖਤਿਆਰ ਕੀਤਾ ਸੀ, ਪਰ ਐਤਕੀ ਆਪ ਨੂੰ ਜਾਹਲ ਸਾਜੀ ਬਦਲੇ ਕਰਨਾ ਪਵੇਗਾ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਵੀ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਸ਼ੁਕਲ ਜੀ ਇਸ ਗੱਲੋਂ ਤਾਂ ਮੁੱਕਰ ਨਹੀਂ ਸਕਦੇ ਕਿ ਇਹ ਮਕਾਨ ਤੇ ਪ੍ਰੈਸ ਉਹਨਾਂ ਦੇ ਨਾਂ ਨਹੀਂ, ਸਗੋਂ ਉਸ ਰਿਫਿਊਜੀ ਨੌਜਵਾਨ ਨਵਲ ਕਿਸ਼ੋਰ ਦੇ ਨਾਂ ਅਲਾਟ ਹੋਏ ਨੇ। ਸੋ ਇਸ ਹਾਲਤ ਵਿੱਚ ਸ਼ੁਕਲ ਜੀ ਨੂੰ ਦੋ ਵਿੱਚੋਂ ਇੱਕ ਰਸਤਾ ਜ਼ਰੂਰ ਚੁਣਨਾ ਪਵੇਗਾ, ਜਾਂ ਤਾਂ ਮਕਾਨ ਤੇ ਪ੍ਰੈਸ ਨੂੰ ਸਮੇਤ ਇਸ ਲਿਸਟ ਵਿੱਚ ਦਿੱਤੇ ਹੋਏ ਸਮਾਨ ਦੇ ਨਵਲ ਕਿਸ਼ੋਰ ਦੇ ਹਵਾਲੇ ਕਰ ਦੇਣ, ਜਾਂ ਜਿਹਾ ਕਿ ਇਹਨਾਂ ਨੇ ਨਵਲ ਕਿਸ਼ੋਰ ਨੂੰ ਚਕਮਾ ਦੇ ਰੱਖਿਆ ਹੈ ਉਸਨੂੰ ਮਤਵੰਨਾ ਬਣਾਉਣ, ਲੱਗਦੇ ਹੱਥ ਮੁਤਬੰਨਗੀ ਦੇ ਤੌਰ ਤੇ ਆਪਣੀ ਸਾਰੀ ਜਾਇਦਾਦ ਉਸ ਦੇ ਨਾਂ ਤੇ ਮੁਤੱਕਿਲ ਕਰ ਦੇਣ। ਸਭ ਦੀਆਂ ਨਜ਼ਰਾਂ ਸ਼ੁਕਲ ਹੋਰਾਂ ਉੱਤੇ ਜੰਮੀਆਂ ਹੋਈਆਂ ਸਨ, ਪਰ ਸ਼ੁਕਲ ਹੋਰਾਂ ਦੀ ਸ਼ਾਇਦ ਮੇਜ਼ ਪੋਸ਼ ਦੇ ਫੁੱਲਾਂ ਬੂਟਿਆਂ ਉੱਤੇ ਜਿਹੜੇ ਰੰਗ ਬਰੰਗੇ ਧਾਗਿਆਂ ਨਾਲ ਕੱਢੇ ਹੋਏ ਸਨ। ਅੱਜ ਦੇ ਏਜੰਡੇ ਦੀ ਕਾਰਵਾਈ ਜਿੱਥੇ ਸੀ ਉੱਥੇ ਹੀ ਰੁਕੀ ਰਹੀ ਤੇ ਇਸ ਨਵੀਂ ਬਹਿਸ ਨੇ 7 ਤੋਂ 10 ਵਜਾ ਦਿੱਤੇ। ਸਭਨਾਂ ਦੀ ਇਸ ਵੇਲੇ ਇਹੋ ਖਾਹਿਸ਼ ਸੀ ਕਿ ਜਿੰਨੀ ਛੇਤੀ ਹੋ ਸਕੇ ਇਸ ਮੀਟਿੰਗ ਨੂੰ ਬਰਖਾਸਤ ਕੀਤਾ ਜਾਵੇ, ਤਾਂ ਜੋ ਇਸ ਅਣਭਾਉਂਦੇ ਕਿਸੇ ਦਾ ਛੇਤੀ ਤੋਂ ਛੇਤੀ ਭੋਗ ਪਵੇ। ਨਾਲੇ ਉਹਨਾਂ ਵਿੱਚੋਂ ਕਈਆਂ ਨੂੰ ਚੋਰ ਦੀ ਦਾੜੀ ਵਾਲਾ ਤਿਨਕਾ ਪ੍ਰਤੱਖ ਦਿਖਾਈ ਦੇਣ ਲੱਗ ਪਿਆ ਸੀ। ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਕਿ ਇਹ ਚਿੱਤਰਗੁਪਤ ਦੀ ਬੇਟੀ
ਕਿਤੇ ਉਹਨਾਂ ਦੇ ਐਮਾਲਨਾਮੇ ਵੀ ਨਾ ਫੋਲ ਧਰੇ। ਪ੍ਰਾਹੁਣਿਆਂ ਲਈ ਪਾਣੀ ਧਾਣੀ ਦਾ ਵੀ ਪ੍ਰਬੰਧ ਸੀ, ਪਰ ਪੁੰਨਿਆਂ ਦੀ ਮੌਜੂਦਗੀ ਨੇ ਅੱਜ ਦੇ ਵਾਰਤਾਲਾਪ ਦਾ ਰੁਖ ਐਸੇ ਪਾਸੇ ਮੋੜ ਦਿੱਤਾ ਕਿ ਨਾ ਤਾਂ ਮਹਿਮਾਨਾਂ ਨੂੰ ਤੇ ਨਾ ਹੀ ਮੀਜ਼ਬਾਨ ਨੂੰ ਇਸ ਵੇਲੇ ਇਸ ਦਾ ਖਿਆਲ ਰਿਹਾ। ਅੱਛਾ, ਇਸ ਮਾਮਲੇ ਨੂੰ ਕਿਸੇ ਹੋਰ ਦਿਨ ਲਈ ਰੱਖਿਆ ਜਾਵੇ, ਕਿਸੇ ਸੱਜਣ ਨੇ ਵਿੱਚੋਂ ਕਹਿ ਦਿੱਤਾ। ਜਿਵੇਂ ਸਾਰੇ ਹੀ ਇਸ ਆਵਾਜ਼ ਨੂੰ ਉਡੀਕ ਰਹੇ ਸਨ, ਪਲ ਦੀ ਪਲ ਵਿੱਚ ਸਾਰੇ ਉੱਠੇ ਤੇ ਜਿੰਨੀ ਜਲਦੀ ਉਹਨਾਂ ਤੋਂ ਹੋ ਸਕਿਆ ਇੱਕ ਦੂਜੇ ਨੂੰ ਧੁੱਸਦੇ ਹੋਏ ਕਮਰੇ ਵਿੱਚੋਂ ਬਾਹਰ ਨਿਕਲ ਗਏ। ਬਿਨਾਂ ਇੱਕ ਸ਼ਬਦ ਵੀ ਬੋਲਿਆਂ ਪੁੰਨਿਆ ਵੀ ਚਲੀ ਗਈ। ਧੰਨਵਾਦ।